सुखमणि सुख अमृत प्रभ नाम भगत जना कै मन बिसराम। आप जपाए जपे सो नाम, 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 आप सो हर गुण गाओ, आप गवाए सो हर गुण गाओ, आप जपाए जपे सो नाम, आप जपाए जपे सो नाम, आप गवाए सो हर गुण गाओ, आप गवाए सो हर गुण गाओ, आप जपाए जपे सो नाम, आप जपाए जपे सो नाम। रब कृपा ते होए परगास, रब कृपा ते होए परगास, प्रभु दया ते कमल विलास, प्रभु दया ते कमल विलास, प्रभ सो प्रसन्न बसे मन सोए, प्रभ सो प्रसन्न बसे मन सोए, प्रभ दया ते मत उत्तम होए, प्रभ दया ते मत उत्तम होए, सर्व निधान प्रभ तेरी मया, सर्व निधान प्रभ तेरी मया, आपो किछु ना किन्हु लिया, आपो कछु ना किन्हु लिया, नित चित लाओ नित लगे हर नाम, नित चित लाओ नित लगे हर नाम, नानक इनके कछु न हाथ, नानक इनके कछु न हाथ, आप जपाए जपे सो नाम, आप जपाए जपे सो नाम, आप गवाए सो हर गुण गाओ, आप गवाए सो हर गुण गाओ, आप जपाए जपे सो नाम, आप जपाए जपे सो नाम, आप जपाए जपे सो नाम। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਹਫਤੇ ਤੁਸੀਂ 6th ਸੁਖਮਨੀ ਦੀ 6ਵੀਂ ਅਸ਼ਟਪਦੀ ਦੇ ਪਹਿਲੇ 4 ਪਦਿਆਂ ਦਾ ਵਿਚਾਰ ਮੇਰੇ ਕੋਲ ਸੁਣ ਚੁੱਕੇ ਹੋ। ਮੇਰੇ ਕੋਲ ਜਿੰਨੀ ਕੋਸ਼ਿਸ਼ ਹੋ ਸਕੀ ਮੈਂ ਆਪਣੀ ਤਰਫੋਂ ਸਮਝਾਉਣ ਦੀ ਕੋਸ਼ਿਸ਼ ਕੀਤੀ, ਪ੍ਰਮਾਤਮਾ ਉਹਦੀ ਕਿਰਪਾ ਨਾਲ, ਕਿ ਪਹਿਲੇ 4 ਪਦਿਆਂ ਦਾ ਸਾਰ ਇਹ ਹੈ
ਕਿ ਉਹ ਪ੍ਰਮਾਤਮਾ ਜੋ ਸਭ ਕੁਝ ਦਿੰਦਾ ਹੈ, ਸਾਰੀ ਦਾਤਾਂ ਤੁਹਾਨੂੰ ਬਖਸ਼ਦਾ ਹੈ, ਉਹਦੀਆਂ ਦਾਤਾਂ ਨੂੰ ਦੇਖ ਕੇ, ਉਹਦੀਆਂ ਦਾਤਾਂ ਨੂੰ ਇੰਜੋਏ ਕਰਕੇ ਉਸ ਪ੍ਰਮਾਤਮਾ ਨੂੰ ਕਦੀ ਭੁਲਾਓ ਨਾ। ਜਿਗਿਆਸੂ ਨੂੰ ਉਪਦੇਸ਼ ਹੈ ਇੱਥੇ ਪ੍ਰੇਮਾ ਭਗਤੀ ਦਾ ਕਿ ਪ੍ਰਮਾਤਮਾ ਨਾਲ ਪਿਆਰ ਕਰੋ, ਤੇ ਪਿਆਰ ਕਰਨ ਵਾਸਤੇ ਉਹਦੀਆਂ ਦਾਤਾਂ ਵਿੱਚੋਂ ਉਸ ਦਾਤੇ ਨੂੰ ਯਾਦ ਰੱਖੋ, ਉਸ ਦਾਤਾਂ ਨੂੰ ਦੇਖ ਕੇ ਰੱਖੋ। ਤੇ ਇਹ ਜਿਹੜੀ ਅਗਲੀਆਂ ਜਿਹੜੀਆਂ 4 ਪਦੇ ਹਨ, ਮਹਾਰਾਜ ਉਸੇ ਗੱਲ ਨੂੰ ਅੱਗੇ ਕੰਟੀਨਿਊ ਕਰਦੇ ਹਨ ਜੋ ਪਹਿਲੇ 4 ਪਦੇ ਜੋ ਤੁਸੀਂ ਸੁਣ ਚੁੱਕੇ ਹੋ। ਡਿਫਰੈਂਸ ਸਿਰਫ ਇਹ ਹੈ ਕਿ ਪਹਿਲੇ ਜਿਹੜੇ ਅਖੀਰਲੇ 3 ਜਿਹੜੇ ਹਨ, ਇਸ ਤੋਂ ਬਾਅਦ ਜਿਹੜੇ ਸਟੈਂਜ਼ਾਸ ਨੰਬਰ 5, 6 ਐਂਡ 7 ਵਿੱਚ ਮਹਾਰਾਜ ਜੇ ਪ੍ਰਸਾਦ ਦੇ ਪ੍ਰਕਰਣ ਨੂੰ ਕੰਟੀਨਿਊ ਰੱਖਣਗੇ, ਐਕਸੈਪਟ ਜਿਹੜੀਆਂ ਦਾਤਾਂ ਜਿਹੜੀਆਂ ਹਨ, ਉਹ ਦਾਤਾਂ ਦੀ ਕੁਆਲਿਟੀ 'ਚ ਫਰਕ ਆ ਜਾਏਗਾ। ਪਹਿਲੇ ਕੱਪੜਿਆਂ ਤੇ, ਖਾਣੇ ਤੇ, ਘਰ ਵਿੱਚ ਰੋਜ਼ਮਰਰਾ ਦੀ ਚੀਜ਼ਾਂ ਦੇ ਉੱਤੇ ਫੋਕਸ ਸੀ। ਹੁਣ ਜਿਹੜੀਆਂ ਥੋੜ੍ਹੀਆਂ ਹਾਇਰ ਲੈਵਲ ਦੀਆਂ ਚੀਜ਼ਾਂ, ਜਿਹੜੀਆਂ ਇੰਟੈਲੈਕਚੁਅਲੀ, ਸਪਿਰਿਚੁਅਲੀ ਥੋੜ੍ਹੀਆਂ ਡਿਫਿਕਲਟ ਜਿਹੜੀਆਂ ਚੀਜ਼ਾਂ ਮਿਲਣੀਆਂ ਹਨ, ਉਸ ਮਿਲਾਪ ਦੀ ਖੁਸ਼ੀ ਵਿੱਚ ਜਾਂ ਉਸ ਮਿਲਣ ਦੇ ਉੱਤੇ ਜੋ ਪ੍ਰਮਾਤਮਾ ਨੂੰ ਯਾਦ ਕਰਨਾ ਹੈ, ਫੋਕਸ ਉਹਨਾਂ ਤੇ ਰਹੇਗਾ। 8ਵੇਂ ਸਟੈਂਜ਼ੇ ਤੇ ਆ ਕੇ ਕਨਕਲੂਜਨ ਦੇਣਗੇ ਕਿ ਇਹ ਵੀ ਉਹਦੇ ਵੱਸ ਹੈ, ਜਿਹਦੇ ਕੋਲ ਉਹ ਆਪ ਉਹਦੀ ਸਿਫਤ ਕਰਾਏ, ਉਹ ਕਰਾ ਸਕਦਾ ਹੈ। ਅਲਟੀਮੇਟਲੀ ਇਹ ਸਪਿਰਿਚੁਅਲਿਟੀ ਦਾ ਰਸਤਾ ਗੁਰੂ ਨਾਨਕ ਦੇਵ ਜੀ ਵਾਲਾ, ਇਹ ਪ੍ਰੇਮਾ ਭਗਤੀ ਦਾ ਰਸਤਾ 2 ਤਰ੍ਹਾਂ ਤੋਂ ਮਿਲਦਾ ਹੈ। ਇੱਕ ਸਤਸੰਗਤ ਤੋਂ ਮਿਲਦਾ ਹੈ, ਜੁੜਿਆਂ ਦੀ ਸੰਗਤ ਤੋਂ ਪ੍ਰਾਪਤੀ ਹੁੰਦੀ ਹੈ, ਤੇ ਉਹਦੇ ਵਿੱਚ ਇਹ ਪ੍ਰੇਰਣਾ ਮਿਲਦੀ ਹੈ ਕਿ ਉਹਨਾਂ ਦਾਤਾਂ ਨੂੰ ਦੇਖ ਕੇ ਪ੍ਰਮਾਤਮਾ ਯਾਦ ਆਵੇ। ਲੇਕਿਨ ਸਤਸੰਗਤ ਦੀ ਪ੍ਰਾਪਤੀ ਵੀ ਉਸੇ ਕਿਰਪਾ ਨਾਲ, ਉਹਦੀ ਕਿਰਪਾ ਨਾਲ ਮਿਲਦੀ ਹੈ, ਸਭ ਨੂੰ ਨਹੀਂ ਮਿਲ ਸਕਦੀ। ਸੋ ਉਹ ਲਾਸਟ ਵਿੱਚ ਜਾ ਕੇ ਸਮਝਾਣਗੇ ਕਿ ਪਹਿਲੇ 7 ਸਟੈਂਜ਼ਾਸ ਵਿੱਚ ਜਿਹੜਾ ਉਪਦੇਸ਼ ਜਿਹੜਾ ਹੈ, ਇਹ ਵੀ ਉਹਦੀ ਕਿਰਪਾ ਨਾਲ ਜਿਹੜਾ ਹੈ ਉਹ ਪੂਰਾ ਹੁੰਦਾ ਹੈ। I'm going to start reading the 5th stanza ਦੀਆਂ ਲਾਈਨਾਂ ਜਿਹੜੀਆਂ ਹਨ। ਤੁਸੀਂ ਦੇਖੋਗੇ ਕਿ ਪਹਿਲੇ ਜਿੱਥੇ ਭੋਜਨ ਦੀ ਗੱਲ ਆਈ ਹੈ, ਘਰ ਮੰਦਰ ਦੀ ਗੱਲ ਆਈ ਹੈ, ਕੱਪੜਿਆਂ ਦੀ ਗੱਲ ਆਈ ਹੈ, ਖੁਸ਼ਬੂਆਂ ਦੀ ਗੱਲ ਆਈ ਹੈ, ਰਥ ਅਸਤ ਸਵਾਰੀ ਦੀ ਗੱਲ ਆਈ ਹੈ, ਹੁਣ ਗੱਲਾਂ ਜਿਹੜੀਆਂ ਹਨ ਅੱਗੇ ਜਿਹੜੀਆਂ ਆਉਣਗੀਆਂ, ਉਹ ਥੋੜ੍ਹੀਆਂ ਹਾਇਰ ਲੈਵਲ, ਇੰਟੈਲੈਕਚੁਅਲੀ ਔਰ ਸੋਸ਼ਲੀ ਔਰ ਸਪਿਰਿਚੁਅਲੀ ਐਟ ਐਨ ਐਲੀਵੇਟਡ ਲੈਵਲ ਦੀਆਂ ਗੱਲਾਂ ਆਉਣਗੀਆਂ ਨੰਬਰ 5, 6 ਐਂਡ 7 ਵਿੱਚ। ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਮਨ 8 ਪਹਿਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਜੇ ਪ੍ਰਸਾਦ ਕਰੇ ਪੁੰਨ ਬੋਦਾਨ, ਜਿਹਦੀ ਕਿਰਪਾ ਦੇ ਨਾਲ ਤੂੰ ਸੇਵਾ ਕਰਨ 'ਚ ਮਾਹਿਰ ਹੈ, ਤੂੰ ਸੇਵਾ ਕਰਦਾ ਹੈ, ਤੂੰ ਲੋਕਾਂ ਦੇ ਪੁੰਨ ਬੋਦਾਨ, ਤੂੰ ਪੁੰਨ ਕਰਦਾ ਹੈ, ਦਾਨ ਕਰਦਾ ਹੈ, ਦੂਸਰਿਆਂ ਦੀ ਮਦਦ ਕਰਦਾ ਹੈ। ਮੇਰੇ ਮੂਰਖ ਮਨ ਇਹ ਨਾ ਜਾਣੀ ਕਿ ਇਹ ਵੀ ਤੇਰੇ ਵਜ੍ਹਾ ਨਾਲ ਹੋ ਰਿਹਾ ਹੈ। ਇਹ ਦਾਨ ਜਿਹੜੇ ਤੇਰੇ ਕੋਲ ਕਰਵਾਏ ਜਾ ਰਹੇ ਹਨ, ਜਿਹੜੀ ਸੇਵਾ ਤੇਰੇ ਕੋਲ ਕਰਵਾਈ ਜਾ ਰਹੀ ਹੈ, ਜਿਹੜੀ ਇਸਦਾ ਵੀ ਥੈਂਕ ਯੂ ਤੂੰ ਉਸ ਨੂੰ ਦੇ। ਸੇਵਾ ਕਰਨ ਦੇ ਟਾਈਮ, ਦਾਨ ਕਰਨ ਦੇ ਟਾਈਮ ਦੇ ਤੇਰਾ ਮਨ ਬਣਿਆ ਹੈ ਦਾਨ ਕਰਨ ਦਾ, ਜੇ ਤੇਰਾ ਮਨ ਬਣਿਆ ਹੈ ਦੂਸਰਿਆਂ ਦੀ ਹੈਲਪ ਕਰਨ ਦਾ, ਤੇ ਇਹ ਵੀ ਦਾਤ ਹੈ, ਇਹ ਵੀ ਉਹਦੀ ਗਿਫਟ ਹੈ। ਤੇ ਇਸ ਗਿਫਟ ਵਿੱਚੋਂ ਵੀ ਉਸ ਪ੍ਰਮਾਤਮਾ ਨੂੰ ਯਾਦ ਕਰ। ਮਨ 8 ਪਹਿਰ ਕਰ ਤਿਸ ਕਾ ਧਿਆਨ, 8 ਪਹਿਰ ਤੇਰਾ ਮਨ ਉਹਦੇ ਧਿਆਨ 'ਚ ਰਵੇ। ਠੀਕ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਮਾਂ ਦੇ ਬੱਚੇ ਵਿੱਚ ਧਿਆਨ ਰਹਿੰਦਾ, ਹਮੇਸ਼ਾ 8 ਪਹਿਰ ਧਿਆਨ ਰਹਿੰਦਾ ਹੈ। ਉਹ ਜਿੱਥੇ ਮਰਜ਼ੀ ਚਲਾ ਜਾਏ ਬੱਚਾ, ਲੇਕਿਨ ਧਿਆਨ ਉਹਦੇ ਪਿੱਛੇ ਹੁੰਦਾ ਹੈ। ਚਿੜੀਆਂ ਹਜ਼ਾਰਾਂ ਕੋਹ ਦੀਆਂ ਸਫਲ ਕਰਦੀਆਂ ਹਨ, ਕਈ ਕ੍ਰੇਨਸ ਇਹੋ ਜਿਹੀਆਂ ਹਨ, ਲੇਕਿਨ ਪਿੱਛੇ ਜੋ ਛੋੜ ਕੇ ਆਉਂਦੀਆਂ ਹਨ ਕਿਸੇ ਨੂੰ, ਉਹਦਾ ਦਾ ਵੀ ਧਿਆਨ ਆਪਣੇ ਬੱਚੇ 'ਚ ਰਹਿੰਦਾ ਹੈ। ਇਸੇ ਤਰ੍ਹਾਂ ਹੈ ਮੇਰੇ ਮਨ, ਜਿਹੜੇ ਅਗਰ ਤੇਰੇ ਨੂੰ ਦਾਤ ਮਿਲੀ ਹੈ ਕਿਸੇ ਦੂਸਰੇ ਨੂੰ ਹੈਲਪ ਕਰਨ ਦੀ, ਸੇਵਾ ਕਰਨ ਦੀ, ਇਹ ਦਾਤ ਵੀ ਉਸੇ ਤੋਂ ਪ੍ਰਾਪਤ ਹੋਈ ਹੈ, ਇਹ ਮਤ ਵੀ ਅੰਦਰੋਂ ਉਸੇ ਨੇ बढ़ाई ਹੈ। ਤੇ ਸੇਵਾ ਕਰਨ ਦੇ ਟਾਈਮ, ਦਾਨ ਕਰਨ ਦੇ ਟਾਈਮ ਉਸ ਪ੍ਰਮਾਤਮਾ ਨੂੰ ਯਾਦ ਕਰਕੇ ਤੈਨੂੰ ਉਸਨੇ ਇਹ ਮਤ ਦਿੱਤੀ ਹੈ, ਤੈਨੂੰ ਉਸਨੇ ਇਹ ਥਾਟ ਪ੍ਰੋਸੈਸ ਦਿੱਤਾ ਹੈ ਤੈਨੂੰ ਕਿ ਤੂੰ ਦੂਸਰਿਆਂ ਦੀ ਹੈਲਪ ਕਰ ਸਕੇ। ਜੇ ਪ੍ਰਸਾਦ ਕਰੇ ਪੁੰਨ ਬੋ ਦਾਨ, ਮਨ 8 ਪਹਿਰ ਕਰ ਤਿਸ ਕਾ ਧਿਆਨ। ਜੇ ਪ੍ਰਸਾਦ ਤੂੰ ਆਚਾਰ ਬਿਵਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ। ਤੇ ਦਾਨ ਉਹੀ ਕਰ ਸਕਦਾ ਹੈ ਜਿਹੜਾ ਆਚਾਰ ਬਿਵਹਾਰੀ ਹੋਵੇ, ਜਿਹਦਾ ਆਚਾਰ ਅੱਛਾ ਹੋਵੇ, ਜਿਹਦਾ ਕੈਰੈਕਟਰ ਅੱਛਾ ਹੋਵੇ, ਜਿਹਦੀ ਸੋਚ ਉੱਚੀ ਹੋਵੇ, ਵਿਵਹਾਰ ਕਰਨ ਵਾਲਾ ਆਚਾਰ ਹੋਵੇ, ਭਾਵ ਉੱਚਾ ਆਚਾਰੀ ਹੋਵੇ। ਦੁਰਾਚਾਰੀ ਜਿਹੜੇ ਹੁੰਦੇ ਹਨ ਉਹ ਦਾਨ ਪੁੰਨ ਨਹੀਂ ਕਰ ਸਕਦੇ, ਜੇ ਕਰਨਗੇ ਵਿੱਚ ਤੇ ਹੋਣ ਦੇ ਆਸਰੇ ਕਰਦੇ ਹਨ, ਆਪਣੀ ਈਗੋ ਨੂੰ ਬੂਸਟ ਕਰਨ ਵਾਸਤੇ ਕਰਦੇ ਹਨ। ਪਰ ਦੇਖ ਤੇਰੇ ਤੇ ਕਿਤਨੀ ਕਿਰਪਾ ਹੈ, ਤੂੰ ਬਾਣੀ ਪੜਵਾਉਂਦਾ ਹੈ ਜਾਂ ਕੀਰਤਨ ਸਿਖਵਾਉਂਦਾ ਹੈ ਜਾਂ ਸਿੱਖਦਾ ਹੈ ਜਾਂ ਦੂਸਰਿਆਂ ਦੀ ਹੋਰ ਕੁਝ ਮਦਦ ਕਰਦਾ ਹੈ ਜਾਂ ਗੁਰਦੁਆਰੇ ਕੁਝ ਹੋਰ ਦਾਨ ਪੁੰਨ ਕਰਦਾ ਹੈ, ਤੇਰੇ ਤੇ ਸਪੈਸ਼ਲ ਕਿਰਪਾ ਹੈ ਉਸਦੀ।
ਇਸ ਕਿਰਪਾ ਦੇਣ ਵਾਲਾ ਉਹ ਹੈ। ਇਸ ਵਾਸਤੇ ਉਹਦੀ ਇਹ ਦਾਤ ਵਿੱਚੋਂ ਵੀ ਉਸ ਪ੍ਰਮਾਤਮਾ ਨੂੰ ਯਾਦ ਕਰ ਕਿ ਤੇਰਾ ਆਚਾਰ ਵਿਵਹਾਰੀ ਹੈ, ਤੂੰ ਤੇਰਾ ਕੈਰੈਕਟਰ ਅੱਛਾ ਹੈ, ਤੇਰਾ ਤੂੰ ਉੱਚ ਮਤ ਵਾਲਾ ਹੈ। ਇਹ ਵੀ ਉਹਦੇ ਪਿੱਛੇ ਵੀ, ਇਹਦੇ ਪਿੱਛੇ ਵੀ ਉਸ ਪ੍ਰਮਾਤਮੇ ਦਾਤੇ ਦੀ ਕਿਰਪਾ ਹੈ। ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਮਰੋ ਸਦਾ ਅਨੂਪ। ਸੁੰਦਰ ਦੇ ਵਰਡ ਇੱਥੇ ਖੂਬਸੂਰਤ, ਤੇ ਸੁੰਦਰ ਦੇ ਵਰਡ ਉੱਚੇ, ਸੁੰਦਰ ਦੇ ਵਰਡ ਗਹਿਰੇ, ਸੁੰਦਰ ਦੇ ਵਰਡ ਬਹੁਤ ਖੂਬਸੂਰਤ। ਸੁੰਦਰ रूप, जे तेरा रूप सुंदर है तो फिजिकली अट्रैक्टिव है और इंटेलेक्चुअली अट्रैक्टिव है, स्पिरिचुअली अट्रैक्टिव है, सोशली अट्रैक्टिव है, बिकॉज परमात्मा ने तेन वो गुण दिते हैं। अगर तेरा सुंदर रूप है, तेरा देखण विच भी, सोशली भी, इंटेलेक्चुअली भी, बुद्धि विच भी, ते परमात्मा नाल जुड़िया होया अगर तेरा सुंदर रूप है, ये भी उहदी कृपा नाल मिलिया है। जे ये रूप, ये क्वालिटीज तैनूं मिलियां हैं ते ये भी उहदे पिछे दात उसी दी है। सो प्रभ समरो सदा अनूप। वो अनूप जिहड़ा सब तो सोहना अनूप है, जिहड़ा सब तो सुंदर जिहड़ा रूप है, अनूप है जिहड़ा, उस तो सुंदर होर कोई नहीं है, उसनूं ना कदी भुलाओ। देखो इस स्टैंजा विच किस तरह पहले स्टैंजा नालों थॉट प्रोसेस फर्क है। पहले स्टैंजा विच जिहड़े वर्ड आए सन, मैं रिमाइंड कर दियां, जे प्रसाद छती अमृत खाए, जे प्रसाद सुगंधित तन लावे, जे प्रसाद बसे सुख मंदर, जे प्रसाद गृह संग सुख बसना, जे प्रसाद पाठ पटंबर हटावे, जे प्रसाद सुख सेज सुईजे। उत्थे घरां विच बैड उत्ते इत्र लाण ते खुशबूआं उत्ते उत्थे फोकस सी, पर इत्थे फोकस हो रहा है, इत्थे दान पुण्य वाला फोकस है, इत्थे उच्च कैरेक्टर दे फोकस है, सुंदर रूप ते फोकस है। ते जे प्रसाद तेरी नीकी जात, नीकी मने सोहनी उच्ची, ते जात दा मतलब ये नहीं है कि वर्ण उत्ते नैसेसरी गल करते पे। जात मने तू अच्छे घर च पैदा होए है, माँ प्यो तेनों ठीक मिले हैं, तेरी माँ ने प्यो ने तेनों प्रेरिया है, तेनों भरा भैन ठीक मिले हैं, अंडरस्टैंडिंग वाइफ हसबैंड मिलिया है, बच्चे अच्छे तेरे निकले हैं, जात तेरी उच्ची नीकी है। सरकमस्टांसिस तेरे जिहड़े क्रिएट होए हैं आस पास, वो राइट क्रिएट होए हैं ताकि तू पुण्य बोदान कर सके ते आचार बिहारी बन सके। इहदे पिछे भी किरा क्रेडिट नहीं है, क्रेडिट इहदे पिछे भी उस परमात्मा दा क्रेडिट है। वो दाता जिहड़ा देण वाला है, उसने तेरी जात निकी कीती है, उसने तेरा घर इस जन्म इस घर विच कीता है कि राइट सरकमस्टांसिस क्रिएट कीते हैं तेरे वास्ते, ताई तेरी एजुकेशन ठीक चली है, ताई तेरा पाल पोस ठीक होया है। इस वास्ते तू सुंदर रूप है, इस वास्ते तू पुण्य बोदान करदा है, इस वास्ते तू आचार व्यवहारी है, ते इस वास्ते तेरी निकी जात है। ते ये जिहड़ियां चार जिहड़ियां चीज़ां उपर मैंशन कीतियां हैं, ये सारा क्रेडिट उस परमात्मा नूं जांदा है। सो प्रभ सिमरो सदा अनूप, जे प्रसाद तेरी निकी जात, सो प्रभ सिमर सदा दिन रात। उस परमात्मा दा ध्यान तेरा 24 घंटे, उस परमात्मा ध्यान तेरा जुड़िया रहे, जिहड़े जिस दाते दी वजह नाल तैनूं ये जिहड़ियां सोहणियां क्वालिटीज़ तैनूं महसूस होईयां हैं। जे प्रसाद तेरी पत रहे, गुर प्रसाद नानक जस कहे। ते जिहदी किरपा दे नाल तेरी पत रहे, तेरी इज्जत इस संसार च रहिंदी है, तू इज्जत नाल इत्थे व्यतीत करदा है, लोग तेरे इज्जत मान करते हैं, जिथे जाते हैं आदर नाल सत्कार नाल ते नाल गल करते हैं, क्योंकि तू आचार व्यवहारी है, क्योंकि तू पुण्य बोदान करदा है, क्योंकि तेरा सुंदर रूप है, तेरी नीकी जात है। ते इस वास्ते तेरी पत जिहड़ी रहिंदी है, इन्हां कारणा करके जिहड़ी तेरी इज्जत मान रहिंदा है तेरा, इस इज्जत मान दे पिछोकड़ भी उस दाते दी देन है, तेरी देन नहीं है। जो चाहे तो सकंडां च वापस लै लवे, उन्होंने लैंदियां भी देर नहीं लगती ते देंदियां भी देर नहीं लगती। ते उस महान दाते जिहड़ा सब कुछ तैनूं देण वाला है, उसनूं जी क्यों भुलाए। ये एक उच्च कोटि दे जिग्यासू वास्ते है। ते जिस तरह अगे ये पदे वगणगे, जिग्यासू दी लेवल उतना वधदा जाएगा। वो जिग्यासू दा लेवल जिहड़ा खाण पीण दीयां चीज़ां विच ध्यान परमात्मा दा करदा है, ते वो जिग्यासू दा लेवल जिहड़ा पुण्य बोधान वाला जिग्यासू दा लेवल है, इंटैलेक्चुअली स्पिरिचुअली स्पीकिंग, ये एट अ हायर लेवल ते है। ये जिग्यासू उपदेश करदे हन पावन। ते अगले स्टैंजा विच नंबर 6 विच तुसीं देखोगे कि मल्टीपल टाइम्स अहेड उच्चा होर उच्चे लेवल दे जिग्यासू की तरफ हुण जिहड़ा रुख जिहड़ा जाएगा कि जे प्रसाद सुने करन नाद, जे प्रसाद पेखे बिस्माद। नाद वर्ड संस्कृत दा है, शब्द है, आवाज है, वो नाद।
ਤੇ ਨਾਦ ਉਹ ਵਰਡ ਹੈ ਜਿਸ ਨੂੰ, ਉਹ ਨਾਦ ਹੈ ਸਾਡੇ ਵਾਸਤੇ ਨਾਦ ਗੁਰਬਾਣੀ ਹੈ, ਕੀਰਤਨ ਰੂਪ ਵਿੱਚ ਸਾਨੂੰ ਦਿੱਤੀ ਗਈ ਹੈ, ਉਹ ਨਾਦ ਹੈ। ਤੇ ਜਿਸ ਕੀਰਤਨ ਨੂੰ ਸੁਣ ਕੇ, ਜਿਸ ਗੁਰੂ ਨਾਨਕ ਦੇਵ ਜੀ ਦੇ ਦੱਸੇ ਹੋਏ ਰਸਤੇ ਨੂੰ ਸਮਝ ਕੇ, ਜਿਹੜਾ ਕਿ ਕੀਰਤਨ ਉਹਨਾਂ ਨੇ ਸਾਰੀ ਉਮਰ ਗਾਇਆ ਹੈ ਤੇ ਗਾਏ ਸਵਾਏ ਗਾ ਕੇ ਪ੍ਰਮਾਤਮਾ ਦੀ ਪ੍ਰਾਪਤੀ ਕਰ ਲਿੱਤੀ ਹੈ, ਉਸ ਨੂੰ ਖੁਸ਼ ਕਰ ਲਿੱਤਾ ਹੈ। ਤੇ ਜੇ ਅਸੀਂ ਵੀ ਉਸ ਨਾਦ ਨੂੰ ਸੁਣਾਂਗੇ ਤੇ ਗਾਵਾਂਗੇ, ਸਾਨੂੰ ਵੀ ਉਸ ਪ੍ਰਮਾਤਮਾ ਦੀ ਪ੍ਰਾਪਤੀ ਹੋਏਗੀ। ਤੇ ਜਿਹੜੇ ਉਸ ਨਾਦ ਨੂੰ ਸੁਣਦੇ ਹਨ ਤੇ ਬਿਲਾਵਲ ਕਲਿਆਣ ਮਾਲੀ ਗੋੜਾ ਨੂੰ ਇੰਜੋਏ ਕਰਦੇ ਹਨ, ਜਿਹੜਾ ਸਮਝਦੇ ਹਨ ਇਹਨਾਂ ਗੱਲਾਂ ਨੂੰ, ਜਿਹੜੇ ਇਸ ਕੰਨਾਂ ਨਾਲ ਉਸ ਮਧੁਰ ਰਾਗਾਂ ਦੀਆਂ ਦਿੱਤੀਆਂ ਹੋਈਆਂ ਉਸ ਬੰਦਿਸ਼ਾਂ ਨੂੰ ਇੰਜੋਏ ਕਰਦੇ ਹਨ, ਗੁਰਬਾਣੀ ਨੂੰ ਇੰਜੋਏ ਕਰਦੇ ਹਨ, ਤੇ ਫਿਰ ਉਹਨਾਂ ਕਲਿਆਣ ਦੀਆਂ ਤੇ ਤਨਾਸਰੀ ਦੀਆਂ ਧੁਨਾਂ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹਨ। ਜਿਹੜੇ ਇਹ ਸਾਰੇ ਨਹੀਂ ਕਰ ਪਾਉਂਦੇ, ਪਰ ਜਿਹੜੇ ਕਰ ਪਾਉਂਦੇ ਹਨ, ਜਿਹੜੇ ਜਿਨ੍ਹਾਂ ਨੂੰ ਉਹ ਕੰਨ ਦਿੱਤੇ ਹਨ, ਉਹਨਾਂ ਨੇ ਜੇ ਪ੍ਰਸਾਦ ਸੁਨੇ ਕਰਨ ਨਾਦ, ਜਿਸ ਨਾਦ ਨੂੰ ਇਹਨਾਂ ਕੰਨਾਂ ਨਾਲ ਸੁਣ ਕੇ ਤੂੰ ਪ੍ਰਮਾਤਮਾ ਦੇ ਨੇੜੇ ਆ ਸਕਦਾ ਹੈ ਜਾਂ ਨੇੜੇ ਚਲਾ ਜਾਂਦਾ ਹੈ, ਇਹ ਵੀ ਉਹਦੀ ਕਿਰਪਾ ਨਾਲ ਹੈ। ਸਾਰੇ ਨਹੀਂ ਕਰ ਸਕਦੇ, ਸਾਰੇ ਜੇ ਪ੍ਰਸਾਦ ਸੁਨੇ ਕਰਨ ਨਾਦ ਦੇ ਵਿੱਚ ਅਵਸਥਾ 'ਚ ਨਹੀਂ ਆ ਸਕਦੇ, ਸਾਰੇ ਕੀਰਤਨ ਦਾ ਉਹ ਰੂਪ ਨਹੀਂ ਦੇਖ ਸਕਦੇ, ਸਾਰੇ ਉਹਨਾਂ ਨੂੰ ਸਾਰਿਆਂ ਨੂੰ ਉਹ ਜੇ ਕੰਨ ਪ੍ਰਮਾਤਮਾ ਨੇ ਦਿੱਤੇ ਨਹੀਂ ਹੈ। ਪਰ ਜਿਨ੍ਹਾਂ ਨੂੰ ਦਿੱਤੇ ਹਨ, ਜਿਹੜੇ ਕਰਦੇ ਹਨ, ਧਨ ਹਨ, ਧਨਤਾ ਯੋਗ ਹਨ। ਤੇ ਇਹ ਧਨਤਾ ਯੋਗ ਆਪਣੇ ਵਾਸਤੇ ਦੀ ਗੱਲ ਨਹੀਂ ਹੈ, ਇਹ ਉਹਦੇ ਦਿੱਤੇ ਹੋਏ ਗੁਣ ਹਨ, ਉਹਦੇ ਦਿੱਤੇ ਹੋਏ ਕੰਨ ਹਨ, ਜਿਨ੍ਹਾਂ ਦੇ ਕੰਨਾਂ ਨਾਲ ਤੂੰ ਜਦੋਂ ਤਨਾਸਰੀ ਰਾਗ ਵਿੱਚ ਆਰਤੀ ਸੁਣਦਾ ਹੈ, ਆਸਾ ਦੀ ਵਾਰ ਆਸਾ ਵਿੱਚ ਸੁਣਦਾ ਹੈ, ਸੋਦਰ ਦੀ ਚੌਕੀ ਆਸਾ ਵਿੱਚ ਸੁਣਦਾ ਹੈ, ਸਵੇਰੇ ਬਿਲਾਵਲ ਦੀ ਚੌਕੀ ਦਾ ਮਾਣ ਮਾਣਦਾ ਹੈ, ਇਹ ਉਹਦੀ ਕਿਰਪਾ ਹੈ, ਇਹ ਉਹਦੀ ਦੇਣ ਹੈ। ਜਿਹੜੇ ਕੰਨ ਤੈਨੂੰ ਦਿੱਤੇ ਗਏ ਹਨ, ਤੂੰ ਆਸਾ ਦੇ ਉਹਨਾਂ ਨੋਟਸ ਨੂੰ, ਤਨਾਸਰੀ ਦੇ ਉਹਨਾਂ ਦੇ ਨੋਟਸ ਨੂੰ, ਇਹ ਨਾਦ ਜਿਹੜਾ ਗੁਰਬਾਣੀ ਰੂਪ ਵਿੱਚ ਸਾਨੂੰ ਦਿੱਤਾ ਗਿਆ ਹੈ, ਅੰਦਰਲੇ ਨੂੰ ਇਹ ਨਿਰਗੁਣ ਰੂਪ ਪ੍ਰਮਾਤਮਾ ਨੂੰ ਪਹੁੰਚਾਉਣ ਦੀ ਸ਼ਕਤੀ ਅੰਦਰ ਤੇਰੇ ਨਾਦ ਦੇ ਗੱਲ ਆਈ ਹੈ। ਨਾਦ ਕਿਉਂਕਿ ਨਾਦ ਅੰਦਰਲੀ ਅਵਸਥਾ ਨਾਲ ਕਨੈਕਟਡ ਹੈ, ਸਿਮਰਨ ਦੀ ਅਵਸਥਾ ਨਾਲ ਕਨੈਕਟਡ ਹੈ। ਤੇ ਸਿਮਰਨ ਗੁਰਬਾਣੀ ਵਿੱਚ, ਸਿਮਰਨ ਗੁਰਮਤ ਵਿੱਚ, ਸਿਮਰਤ ਗੁਰੂ ਨਾਨਕ ਦੇ ਘਰ ਵਿੱਚ ਸਭ ਤੋਂ ਉੱਚਾ ਕੀਰਤਨ ਰੂਪ ਵਿੱਚ ਆਇਆ ਹੈ। ਇਸ ਵਾਸਤੇ ਇੱਥੇ ਵਰਡ ਆਏ ਹਨ, ਜੇ ਪ੍ਰਸਾਦ ਸੁਨੇ ਕਰਨ ਨਾਦ। ਤੇ ਜਿੱਥੇ ਹੁਣ ਨਿਰਗੁਣ ਰੂਪ ਦੀ ਗੱਲ ਆਈ ਹੈ, ਅਗਲੀ ਲਾਈਨ ਵਿੱਚ ਸਰਗੁਣ ਰੂਪ ਦੀ ਗੱਲ ਆਈ ਹੈ। ਸਰਗੁਣ ਰੂਪ ਵਿੱਚ ਸਭ ਤੋਂ ਉੱਚੀ ਅਵਸਥਾ ਵਿਸਮਾਦ ਦੀ ਹੈ, ਜਦੋਂ ਉਸ ਦਿੱਤੀ ਹੋਈ, ਉਸ ਕਾਦਰ ਦੀ ਬਣਾਈ ਹੋਈ ਕੁਦਰਤ ਨੂੰ ਦੇਖ ਕੇ ਮਨ ਅਚੰਭੇ ਵਿੱਚ ਚਲਾ ਜਾਂਦਾ ਹੈ। ਆਸਾ ਦੀ ਵਾਰ ਦੇ ਵਿੱਚ, ਵਿਸਮਾਦ ਦੇ ਵਿੱਚ ਪੂਰੀ ਦੀ ਪੂਰੀ ਇੱਕ ਪੂਰਾ ਸ਼ਲੋਕ ਹੈ ਆਸਾ ਦੀ ਵਾਰ ਦਾ, ਵਿਸਮਾਦ ਨਾਦ, ਵਿਸਮਾਦ ਵੇਦ। ਉੱਥੇ ਵੀ ਨਾਦ ਸੁਣ ਕੇ ਵਿਸਮਾਦ ਆਇਆ ਹੈ। ਇੱਥੇ ਵੀ ਕੰਨਾਂ ਨੂੰ ਅੰਦਰ ਨਾਦ ਸੁਣ ਕੇ ਉਸ ਨਿਰਗੁਣ ਤੇ ਸਰਗੁਣ ਰੂਪ ਦੀ ਪ੍ਰਮਾਤਮਾ ਨਾਲ ਪਿਆਰ ਉਪਜਦਾ ਹੈ ਉਸਦਾ। ਜੇ ਪ੍ਰਸਾਦ ਸੁਨੇ ਕਰਨ ਨਾਦ, ਤੇ ਇੱਥੇ ਸੁਣਨ ਦੀ, ਕਿਉਂਕਿ ਵਿਸਮਾਦ ਸਰਗੁਣ ਰੂਪ ਨਾਲ ਸੰਬੰਧਿਤ ਹੈ, ਇਸ ਵਾਸਤੇ ਭੇਖਣ ਦੇਖਣ ਦੀ। ਜੇ ਪ੍ਰਸਾਦ ਭੇਖੇ ਵਿਸਮਾਦ, ਤੇ ਜੇ ਤੈਨੂੰ ਫੁੱਲਾਂ ਦੀ ਖੁਸ਼ਬੂਆਂ ਵਿੱਚੋਂ ਪ੍ਰਮਾਤਮਾ ਨਜ਼ਰ ਆਉਂਦਾ ਹੈ, ਜੇ ਤੈਨੂੰ ਪਹਾੜਾਂ ਦੀ ਚੋਟੀਆਂ 'ਚ, ਬਰਫਾਂ ਵਿੱਚੋਂ, ਉਸ ਕੁਦਰਤ ਵਿੱਚੋਂ ਉਸ ਕਾਦਰ ਦੇ ਦਰਸ਼ਨ ਹੁੰਦੇ ਹਨ, ਜੇ ਸਮੁੰਦਰ ਦੀ ਲਹਿਰਾਂ ਵਿੱਚੋਂ ਉਸ ਪ੍ਰਮਾਤਮਾ, ਉਸ ਕਾਦਰ ਦੀ ਰੂਪ ਨੂੰ ਤੂੰ ਦੇਖ ਸਕਦਾ ਹੈ, ਤੇ ਇਹ ਉਹਦੀ ਕਿਰਪਾ ਹੈ। ਸਾਰੇ ਨਹੀਂ ਕਰ ਸਕਦੇ, ਸਾਰੇ ਵਿਸਮਾਦ ਨਹੀਂ ਦੇਖ ਸਕਦੇ, ਪਰ ਜਿਹੜੇ ਤੇਰੂ ਅਗਰ ਖਮਤਾ ਦਿੱਤੀ ਹੈ ਉਸ ਪ੍ਰਮਾਤਮਾ ਨੇ ਦੇਖਣ ਦੀ, ਨੇਚਰ ਵਿੱਚੋਂ ਉਸ ਪ੍ਰਮਾਤਮਾ ਦੀ ਦੇਖਣ ਦੀ ਜਾਂ ਮਹਿਸੂਸ ਕਰਨ ਦੀ, ਤੇ ਇਹ ਉਹਦੀ ਅਪਾਰ ਕਿਰਪਾ ਹੈ। ਤੇ ਉਸ ਦੇਣ ਵਾਲੇ ਕਿਰਪਾ ਨੂੰ ਕਿਉਂ ਭੁਲਾਏ ਬੰਦਾ। ਜੇ ਪ੍ਰਸਾਦ ਸੁਨੇ ਕਰਨ ਨਾਦ, ਜੇ ਪ੍ਰਸਾਦ ਭੇਖੇ ਵਿਸਮਾਦ। ਜੇ ਤੇਰਾ ਮਨ ਵਿਸਮਾਦ ਵਿੱਚ ਚਲਾ ਜਾਂਦਾ ਹੈ ਉਸ ਕੁਦਰਤ ਦੀਆਂ ਚੀਜ਼ਾਂ ਦੇਖ ਕੇ, ਤੇ ਇਹ ਉਹਦੀ ਅਪਾਰ ਕਿਰਪਾ ਹੈ, ਉਹਦੀ ਅਪਾਰ, ਉਹਦਾ ਮਿਹਰ ਭਰਿਆ ਹੱਥ ਹੈ ਸਿਰ ਤੇ। ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਤੇ ਜਿਹਦੀ ਕਿਰਪਾ ਦੇ ਨਾਲ ਤੈਨੂੰ ਮਧੁਰ ਬਾਣੀ ਦਿੱਤੀ ਹੈ, ਜੇ ਤੂੰ ਕਿਸੇ ਨਾਲ ਰੂਡਲੀ ਗੱਲ ਨਹੀਂ ਕਰਦਾ, ਤੇਰੀ ਰਸਨਾ ਤੇ ਗੁਰਬਾਣੀ ਵਰਗਾ ਅੰਮ੍ਰਿਤ ਬੈਠਦਾ ਹੈ, ਅੰਮ੍ਰਿਤ ਰੂਪ ਹੈ ਤੇਰੀ ਬਾਣੀ, ਅਗਰ ਸਾਰਿਆਂ ਨੂੰ ਸੁਖ ਪਹੁੰਚਾਉਂਦੀ ਹੈ ਜੋ ਤੂੰ ਬੋਲਦਾ ਹੈ, ਤੇ ਇਹ ਵੀ ਉਹਦੀ ਕਿਰਪਾ ਹੈ। ਸਾਰੇ ਦੇ ਉੱਤੇ ਬੋਲੇ ਅੰਮ੍ਰਿਤ ਰਸਨਾ ਨਹੀਂ ਲਾਗੂ ਹੁੰਦੇ ਵਰਡ, ਕਿਸੇ ਉੱਚ ਕੋਟੀ ਦੇ ਜਿਗਿਆਸੂ ਦੇ ਉੱਤੇ ਬੋਲੇ ਅੰਮ੍ਰਿਤ ਰਸਨਾ ਲਾਗੂ ਹੋਣਗੇ, ਜਿਸ ਦੀ ਰਸਨਾ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਰੂਪੀ ਰਸਨਾ ਜਿਹਨੂੰ ਮਿਲੀ ਹੈ, ਜਿਹਦੇ ਵਿੱਚੋਂ ਗੁਰਬਾਣੀ ਦਾ ਪਾਠ, ਉਹਦਾ ਕੀਰਤਨ, ਉਹਦੀ ਸਿਫਤ ਸਲਾਹ, ਉਹਦੀ ਸੇਵਾ ਨਿਕਲਦੀ ਹੈ। ਇਹ ਵੀ ਉਸ ਮਹਾਨ, ਵੀ ਉਸ ਗੁਰੂ ਦੀ, ਉਸ ਪ੍ਰਮਾਤਮਾ ਦੀ ਕਿਰਪਾ ਹੈ। ਜੇ ਪ੍ਰਸਾਦ ਸੁਖ ਸਹਿਜੇ ਬਸਨਾ। ਤੇ ਇਹਨਾਂ ਕਾਰਨਾਂ ਕਰਕੇ
क्योंकि तेरे कर तेरे ਕੰਨ ਸੁਨੇ ਕਰਨ ਨਾਦ ਹਨ, ਕਿਉਂਕਿ ਤੂੰ ਭੇਖੇ ਬਿਸਮਾਦ ਹੈ, ਕਿਉਂਕਿ ਤੂੰ ਬੋਲੇ ਅੰਮ੍ਰਿਤ ਰਸਨਾ ਹੈ। ਤੇ ਇਹ ਤਿੰਨ ਕੁਆਲਿਟੀਆਂ ਜਿਹਦੇ ਚ ਆ ਜਾਣ ਤੇ ਫਿਰ ਤੇ ਉਹਨੇ ਸੁਖ ਸਹਿਜ ਵਿੱਚ ਵਸਣਾ ਹੀ ਹੋਇਆ। ਉਹਨੇ ਤੇ ਸਹਿਜ ਰੂਪ ਵਿੱਚ, ਉਹਨੇ ਉਹ ਤੇ ਨੈਚੁਰਲ ਸਟੇਟ ਵਿੱਚ ਰਹਿੰਦਾ ਹੈ, ਹਮੇਸ਼ਾ ਬਸਣਾ, ਹਮੇਸ਼ਾ ਸੁਖ ਵਿੱਚ ਰਹਿੰਦਾ ਹੈ। ਤੇ ਸੁਖ ਵਿੱਚ, ਸਹਿਜ ਅਵਸਥਾ ਵਿੱਚ ਰਹਿੰਦਾ ਹੈ। ਨੈਚੁਰਲ ਸਟੇਟ ਵਿੱਚ ਪ੍ਰਮਾਤਮਾ ਦੀ ਪ੍ਰਾਪਤੀ ਹੈ, ਕਿਸੇ ਹੱਠ ਨਾਲ ਨਹੀਂ, ਕਿਸੇ ਯੋਗ ਨਾਲ ਨਹੀਂ, ਕਿਸੇ ਤੀਰਥਾਂ ਦੇ ਇਸ਼ਨਾਨ ਨਾਲ ਨਹੀਂ, ਕਿਸੇ ਪੁੱਠੇ ਲਟਕਣਾ ਨਹੀਂ, ਕਿਸੇ ਵਰਤ ਰੱਖਣ ਨਾਲ ਨਹੀਂ ਹੈ। ਇਹ ਉਹ ਜੀ ਨੈਚੁਰਲ ਅਵਸਥਾ ਹੈ ਜੋ ਨੈਚੁਰਲ ਅਵਸਥਾ ਇੱਕ ਮਾਂ ਤੇ ਬੱਚੇ ਦੇ ਵਿਚਕਾਰ ਹੁੰਦੀ ਹੈ, ਇੱਕ ਫਾਦਰ ਦੇ ਆਪਣੇ ਪੁੱਤਰਾਂ ਦੇ ਧੀਆਂ ਦੇ ਵਿਚਕਾਰ ਹੁੰਦੀ ਹੈ। ਇਹ ਉਹ ਨੈਚੁਰਲ ਅਵਸਥਾ ਹੈ ਜੋ ਨੈਚੁਰਲ ਅਵਸਥਾ ਸੂਰਜ ਦੀ ਰੋਸ਼ਨੀ ਵਿੱਚ ਹੈ, ਚੰਦਰਮਾ ਦੀ ਚਾਂਦਨੀ ਵਿੱਚ ਹੈ। ਇਸ ਨੈਚੁਰਲ ਅਵਸਥਾ ਦੀ ਡੈਫੀਨੇਸ਼ਨ ਸੁਖ ਸਹਿਜੇ ਬਸਣਾ, ਉਸ ਸੁਖ ਵਿੱਚ ਬਚਦਾ ਹੈ ਤੂੰ, ਕਿਉਂਕਿ ਤੈਨੂੰ ਪ੍ਰਮਾਤਮਾ ਨੇ ਕਿਰਪਾ ਕਰਕੇ ਨਾਦ ਤੇ ਵਿਸਮਾਦ ਤੇ ਅੰਮ੍ਰਿਤ ਰਸਨਾ ਦੀ ਬਖਸ਼ਿਸ਼ ਕੀਤੀ ਹੈ। ਜੇ ਪ੍ਰਸਾਦ ਹਸਤ ਕਰ ਚਲੇ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ। ਹਸਤ ਕਰ ਚਲੇ ਹੀ, ਹਸਤ ਹੱਥ, ਕਰ ਹੱਥ ਤੇ, ਹਸਤ ਤੇ ਕਰ, ਹੱਥ ਤੇ ਪੈਰ ਦੋਨੋਂ ਚੀਜ਼ਾਂ ਤੇਰੇ ਹੱਥ ਜਿਹੜੇ ਤੇਰੇ ਚਲਦੇ ਹਨ, ਤੇਰੇ ਭਾਵ ਤੇਰੇ ਅੰਗ ਪੂਰੇ ਹਨ ਤੇਰੇ। ਤੂੰ ਹਰ ਚੀਜ਼ ਆਪਣੀ ਮਰਜ਼ੀ ਨਾਲ ਕਰ ਸਕਦਾ ਹੈ। ਇਹਨਾਂ ਹੱਥਾਂ ਤੇ ਇਹਨਾਂ ਪੈਰਾਂ ਨਾਲ ਜਿੱਥੇ ਮਰਜ਼ੀ ਜਾ ਸਕਦਾ ਹੈ। ਇਹਨਾਂ ਤੋਂ ਸੇਵਾ ਲੈਂਦਾ, ਇਹਨਾਂ ਦੇ ਵਿੱਚੋਂ ਤੂੰ ਸੇਵਾ ਕਰਕੇ ਪ੍ਰਮਾਤਮਾ ਨੂੰ ਖੁਸ਼ ਕਰਦਾ ਹੈ। ਹੱਥ ਪੈਰ ਤੇਰੇ ਠੀਕ ਚੱਲਦੇ ਆ। ਹਸਤ ਕਰ ਚਲੇ ਹੀ, ਜੇ ਪ੍ਰਸਾਦ ਸੰਪੂਰਨ ਫਲ ਹੈ। ਤੇ ਇਹਦੀ ਵਜ੍ਹਾ ਦੇ ਨਾਲ ਤੂੰ ਫਲਦਾ ਫੁੱਲਦਾ ਹੈ। ਤੇਰੀ ਇੰਟੈਲੈਕਚੁਅਲ ਡਿਵੈਲਪਮੈਂਟ ਹੁੰਦੀ ਹੈ, ਤੇਰੀ ਸੋਸ਼ਲ ਡਿਵੈਲਪਮੈਂਟ ਹੁੰਦੀ, ਤੇਰੀ ਸਪਿਰਿਚੁਅਲੀ ਤੂੰ ਡਿਵੈਲਪ ਹੋ ਜਾਂਦਾ ਹੈ। ਹਰ ਤਰ੍ਹਾਂ ਤੋਂ ਸੰਪੂਰਨ ਫਲਦਾ ਹੈ। ਤੈਨੂੰ ਇਤਿਹਾਸ ਸਿੱਖ ਇਤਿਹਾਸ ਬਾਰੇ ਜਾਣਕਾਰ ਹੋ ਜਾਂਦਾ ਹੈ, ਗੁਰਬਾਣੀ ਦਾ ਜਾਣੂ ਹੋ ਜਾਂਦਾ ਹੈ, ਸੰਗੀਤ ਦਾ ਜਾਣੂ ਹੋ ਜਾਂਦਾ ਹੈ, ਸੰਪੂਰਨ ਰੂਪ ਤੇ ਫਲ ਜਾਂਦਾ ਹੈ, ਫਲ ਫੁੱਲ ਜਾਂਦਾ ਹੈ, ਤੂੰ ਪੂਰਾ ਉਪਕਾਰੀ ਹੋ ਜਾਂਦਾ ਹੈ। ਇਹੋ ਜਿਹੇ ਗੁਰਸਿੱਖ ਦੀ, ਇਹੋ ਜਿਹੇ ਅਗਰ ਤੈਨੂੰ ਗੁਣ ਮਿਲੇ ਹਨ ਪ੍ਰਮਾਤਮਾ ਤੋਂ, ਤੇ ਉਸ ਦਾਤੇ ਨੇ ਬਖਸ਼ੇ ਹਨ ਤੈਨੂੰ। ਜੇ ਪ੍ਰਸਾਦ ਹਸਤ ਕਰ ਚਲੇ, ਜੇ ਪ੍ਰਸਾਦ ਸੰਪੂਰਨ ਫਲ ਹੈ। ਜੇ ਪ੍ਰਸਾਦ ਪਰਮਗਤ ਪਾਵੇ, ਜੇ ਪ੍ਰਸਾਦ ਸੁਖ ਸਹਿਜ ਸਮਾਵੇ। ਤੇ ਜਿਹਦੀ ਕਿਰਪਾ ਦੇ ਨਾਲ ਤੈਨੂੰ ਪਰਮਗਤੀ ਪ੍ਰਾਪਤ ਹੋਣੀ ਹੈ, ਜੇ ਮਿਲੀ ਹੈ, ਜੀਵਨ ਮੁਕਤ ਹੋ ਗਿਆ ਹੈ ਤੂੰ, ਨਾਮ ਜਪ ਜਪ ਕੇ ਤੇਰੇ ਕੋਲ ਜਪਵਾਇਆ ਗਿਆ ਹੈ, ਕਰਨ ਨਾਚ ਸੁਣ ਸੁਣ ਕੇ, ਬਿਸਮਾਦ ਦੇਖ ਦੇਖ ਕੇ ਪ੍ਰਮਾਤਮਾ ਦੇ ਦਰਸ਼ਨ ਤੈਨੂੰ ਹਰ ਇੱਕ ਵਿੱਚ ਹੁੰਦੇ ਹਨ, ਹਰ ਕੁਦਰਤ ਦੀ ਚੀਜ਼ ਵਿੱਚ ਹੁੰਦੇ ਹਨ। ਇਹ ਉਸ ਮਾਲਿਕ ਦੀ ਕਿਰਪਾ ਹੈ। ਜੇ ਪ੍ਰਸਾਦ ਪਰਮਗਤ ਪਾਵੇ, ਸਭ ਤੋਂ ਉੱਚੀ ਗਤ ਤੈਨੂੰ ਮਿਲੀ ਹੈ, ਜੀਵਨ ਮੁਕਤ ਵਾਲੀ ਮਿਲੀ ਹੈ, ਨਾਮ ਦੀ ਪ੍ਰਾਪਤੀ ਤੈਨੂੰ ਮਿਲੀ ਹੈ। ਤੇਰੀ ਝੋਲੀ ਵਿੱਚ ਪ੍ਰੇਮਾ ਭਗਤੀ ਦਾ ਗੁਣ ਪ੍ਰਮਾਤਮਾ ਨੇ ਪਾਇਆ ਹੈ। ਜੇ ਪ੍ਰਸਾਦ ਸੁਖ ਸਹਿਜ ਸਮਾਵੇ, ਤੂੰ ਉਸ ਸਹਿਜ ਦੀ ਅਵਸਥਾ ਵਿੱਚ ਸਾਰੇ ਸੁੱਖਾਂ ਵਿੱਚ ਸਮਾ ਜਾਂਦਾ ਹੈ। ਭਾਵ ਤੂੰ ਉਸ ਅਵਸਥਾ ਵਿੱਚ ਰਹਿੰਦਾ ਹੈ ਜੋ ਗੁਰੂ ਸੰਤਾਂ ਨੂੰ ਬਖਸ਼ਦੇ ਹਨ। ਉਸ ਅਪਰ ਇੱਕ ਸਟੇਟ ਵਿੱਚ ਤੂੰ ਵਿਚਰਦਾ ਹੈ। ਉਸ ਸਟੇਟ ਵਿੱਚ ਜਿਹੜੀ ਉੱਚ ਕੋਟੀ ਦੇ ਜਿਗਿਆਸੂ ਨੂੰ ਜਿਹੜੀ ਸਟੇਟ ਮਿਲਦੀ ਹੈ ਸੁਖ ਸਹਿਜ ਸਮਾਵੇ ਵਾਲੀ, ਇਹ ਵੀ ਉਸ ਪ੍ਰਮਾਤਮਾ ਦੀ ਕਿਰਪਾ ਨਾਲ ਮਿਲੀ ਹੈ ਤੈਨੂੰ। ਤੇ ਜਿਸ ਨੂੰ ਉਹ ਦੇਣ ਵਾਲਾ ਹੈ ਉਹਨੂੰ ਕਿਉਂ ਭੁਲਾਏ ਬੰਦਾ। ਐਸਾ ਪ੍ਰਭ ਤਿਆਗ ਅਵਰ ਕਤ ਲਾਗੋ। ਇਹੋ ਜਿਹੇ ਪ੍ਰਮਾਤਮਾ ਨੂੰ ਭੁਲਾ ਕੇ ਹੋਰ ਕਿਸੇ ਨਾਲ ਕਿਉਂ ਜੁੜਨਾ, ਹੋਰ ਕਿਸੇ ਦਾ ਖਿਆਲ ਕਿਉਂ ਕਰਨਾ। ਗੁਰ ਪ੍ਰਸਾਦ ਨਾਨਕ ਮਨ ਜਾਗੋ। ਉਸ ਕਿਰਪਾ ਦੇ ਨਾਲ ਆਪਣੇ ਮਨ ਨੂੰ ਜਗਾ ਲਵੋ। ਆਪਣੇ ਮਨ ਜਿਹੜਾ ਸੁੱਤਾ ਹੋਇਆ ਹੈ, ਜਿਹੜੀ ਸੁਰਤ ਸੁੱਤੀ ਹੋਈ ਹੈ, ਇਸ ਨੂੰ ਜਗਾ ਕੇ ਨਾਦ ਨਾਲ ਲਗਾਓ, ਇਸ ਨੂੰ ਜਗਾ ਕੇ ਵਿਸਮਾਦ ਨਾਲ ਲਗਾਓ, ਇਸ ਨੂੰ ਜਗਾ ਕੇ ਅੰਮ੍ਰਿਤ ਰਸਨਾ ਗੁਰਬਾਣੀ ਨਾਲ ਲਗਾਓ। ਇਸ ਨੂੰ ਲੈ ਕੇ ਇਹ ਕਰਨ, ਨਾਦ ਸੁਣਨ, ਵਿਸਮਾਦ ਅੱਖਾਂ ਦੇਖਣ, ਤੇ ਫਿਰ ਅੰਮ੍ਰਿਤ ਰਿਲਾ ਬੋਲੇ ਤੇ ਹਸਤ ਕਰ ਚਲੇ। ਇਹ ਸਾਰੀਆਂ ਅਵਸਥਾ ਜਿਹੜੀਆਂ ਹਨ, ਜਿਹੜੀਆਂ ਉੱਤੇ ਆ ਚੁੱਕੀਆਂ ਹਨ, ਇਹ ਉਸ ਪ੍ਰਮਾਤਮਾ ਦੀ ਮਹਾਨ ਦੇਣ ਨਾਲ ਮਿਲਦੀਆਂ ਹਨ। ਇਹ ਪਹਿਲੇ ਇਹ ਨੰਬਰ 6 ਤੇ 7 ਦਾ ਭਾਵ ਹੈ। ਤੇ ਹੁਣ ਤੁਸੀਂ ਨੋਟਿਸ ਕਰੋਗੇ ਕਿ ਹੁਣ ਅਵਸਥਾ ਹੋਰ ਉੱਚੀ ਹੋ ਜਾਏਗੀ 7ਵੇਂ ਵਿੱਚ ਤੇ 8ਵੇਂ ਵਿੱਚ ਕੰਕਲੂਜਨ ਦੇਣ ਦੀ ਕੋਸ਼ਿਸ਼ ਕੋਈ ਕੰਕਲੂਜਨ ਦੇਣਗੇ ਜੀ। 7ਵੇਂ ਸਟੈਂਜ਼ੇ ਵਿੱਚ ਉਸੇ ਮਜ਼ਮੂਨ ਨੂੰ, ਉਸੇ ਸਬਜੈਕਟ ਮੈਟਰ ਨੂੰ ਕੰਟੀਨਿਊ ਕਰਦੇ ਹਨ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਬਿਸਾਰ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਜਿਹਦੀ ਕਿਰਪਾ ਦੇ ਨਾਲ ਤੇਰੀ ਐਗਜ਼ਿਸਟੈਂਸ ਹੈ, ਜਿਹੜੀ ਤੇਰੀ ਕਿਰਪਾ ਨਾਲ ਤੂੰ ਪ੍ਰਗਟ ਸੰਸਾਰ, ਤੂੰ ਸੰਸਾਰ ਤੇ ਆ ਕੇ ਪ੍ਰਗਟ ਹੋ ਗਿਆ, ਮਸ਼ਹੂਰ ਹੋ ਗਿਆ, ਨਾਮ ਕਮਾਇਆ ਆਪਣੇ ਵਾਸਤੇ, ਤੈਨੂੰ ਮਨੁੱਖਾ ਦੇਹੀ ਮਿਲੀ। ਇਹ ਇੰਪੋਰਟੈਂਟ ਜਿਹੜਾ ਜੀਵਨ ਤੈਨੂੰ ਮਿਲਿਆ ਹੈ, ਜਿਹੜਾ ਤੇਰਾ ਸਾਰਾ, ਇਹ ਵੀ ਉਹਦੀ ਕਿਰਪਾ ਨਾਲ ਮਿਲਿਆ ਹੈ।
ਇਹ ਹੁਣ ਹੋਰ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹੈ, ਜਿਹੜਾ ਜਿਗਿਆਸੂ ਇਸ ਗੱਲ ਨੂੰ ਮਹਿਸੂਸ ਕਰੇ ਕਿ ਮੈਂ ਇਸ ਸੰਸਾਰ ਤੇ ਆਇਆ ਹਾਂ, ਇਹ ਵੀ ਉਹਦੀ ਕਿਰਪਾ ਹੈ। ਇਸ ਸੰਸਾਰ ਤੇ ਆਇਆ ਹਾਂ, ਮੈਨੂੰ ਤੁਸੀਂ ਮਨੁੱਖਾ ਦੇਈ ਦਿੱਤੀ ਹੈ, ਇੱਕ ਓਪਰਚੁਨਿਟੀ ਦਿੱਤੀ ਹੈ ਤੁਹਾਡੇ ਨਾਲ ਪਿਆਰ ਕਰਨ ਵਾਸਤੇ। ਕਰੁਣਾ ਵਾਰੀ ਤੇਰਾ ਸ਼ੁਕਰ ਹੈ ਦਾਤਾ, ਤੁਸੀਂ ਸਾਨੂੰ ਕੁਝ ਇਸ ਰੂਪ ਵਿੱਚ ਭੇਜਿਆ ਹੈ, ਫਿਰ ਗੁਰੂ ਨਾਨਕ ਦਾ ਸਿੱਖ ਬਣਾ ਕੇ ਭੇਜਿਆ ਹੈ। ਮਾਪਿਓ ਚੰਗੇ ਦਿੱਤੇ ਹਨ ਤੁਸੀਂ। ਇਸ ਚੀਜ਼ ਨੂੰ ਮਹਿਸੂਸ ਜਿਹੜਾ ਕਰੇ, ਜਿਹੜਾ ਜਾਂ ਜਿਸ ਇਸ ਚੀਜ਼ ਨੂੰ ਜਿਹੜਾ ਸਮਝ ਸਕੇ, ਜਿਹੜਾ ਉਹ ਫਿਰ ਬਾਰ-ਬਾਰ ਉਸ ਦਾਤ ਨੂੰ, ਉਸ ਦਾਤ ਵਿੱਚੋਂ ਪ੍ਰਮਾਤਮਾ ਦੀ ਹਜ਼ਾਰਾਂ ਵਾਰੀ ਕੋਟਾਂ ਕੋਟ ਧੰਨਵਾਦ ਕਰਦਾ ਹੈ। ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ। ਉਸ ਪ੍ਰਮਾਤਮਾ ਨੂੰ ਕਦੀ ਵੀ ਆਪਣੇ ਹਿਰਦਿਓ ਤੂੰ ਨਾ ਵਿਸਾਰ ਕਦੀ, ਜਿਸ ਦਾਤੇ ਦੀ ਵਜ੍ਹਾ ਨਾਲ ਤੂੰ ਸੰਸਾਰ ਵਿੱਚ ਆਇਆ ਹੈ, ਜਿਹੜੀ ਤੈਨੂੰ ਮਨੁੱਖਾ ਦੇਹੀ ਮਿਲੀ ਹੈ, ਜਿਹੜੀ ਤੈਨੂੰ ਇੱਥੇ ਆ ਕੇ ਤੂੰ ਪ੍ਰਗਟ ਹੋਇਆ ਹੈ, ਨਾਮ ਕਮਾਇਆ ਹੈ ਆਪਣਾ, ਹਰ ਚੀਜ਼ ਦੀ ਤੈਨੂੰ ਦਿੱਤੀ ਹੈ ਉਸ ਨੇ, ਹਰ ਚੀਜ਼ ਦੀ ਪ੍ਰਾਪਤੀ ਤੈਨੂੰ ਹੋਈ ਹੈ। ਕਰਨ ਸੁਣਨ ਨਾਦ ਵੀ ਕੀਤਾ ਹੈ ਤੂੰ, ਪੇਖੇ ਬਿਸਮਾਦ ਵੀ ਕੀਤਾ ਹੈ ਤੂੰ, ਅੰਮ੍ਰਿਤ ਬੋਲੇ ਰਸਨਾ ਵੀ ਹੈ ਤੇਰੇ ਅੰਦਰ, ਸੁਖ ਸਹਿਜ ਸਮਾਵੇ ਵੀ ਤੈਨੂੰ ਬਖਸ਼ਿਆ ਹੈ ਉਸ ਪ੍ਰਮਾਤਮਾ ਨੇ। ਤਾਂ ਉਹਨੂੰ ਕਿਉਂ ਆਪਣੇ ਮਨ ਤੋਂ ਵਿਸਾਰੇ, ਜਿਸ ਨੇ ਤੈਨੂੰ ਇਸ ਸੰਸਾਰ ਤੇ ਲੈ ਕੇ ਆਇਆ ਹੈ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਤੇ ਤੇਰੇ ਤੇ ਪ੍ਰਤਾਪ ਹੈ, ਹੁਣ ਤੇਰੇ ਤੇ ਤੇਜ ਹੈ ਤੇਰਾ, ਤੇਰੇ ਸਿਰ ਦੇ ਉੱਤੇ। ਸਾਰੇ ਪ੍ਰਤਾਪੀ ਨਹੀਂ ਹੁੰਦੇ, ਪ੍ਰਤਾਪੀ ਉਹੀ ਹੁੰਦੇ ਹਨ ਜਿਹੜੇ ਪ੍ਰਮਾਤਮਾ ਨਾਲ ਬਹੁਤਾ ਪਿਆਰ ਕਰਦੇ ਹਨ। ਤੇ ਜਿੱਥੇ ਇਹ 7th ਅਸ਼ਪਦੀ ਐਂਡ ਹੋਏਗੀ, ਜਦੋਂ 8ਵੀਂ ਸ਼ੁਰੂ ਹੋਏਗੀ, ਦੇਖੋਗੇ 8ਵੀਂ ਅਸ਼ਪਦੀ ਵਿੱਚ ਮਹਾਰਾਜ ਇਸ ਗੱਲ ਦਾ ਜ਼ਿਕਰ ਕਰਨਗੇ ਕਿ ਇਹ ਪ੍ਰਤਾਪ ਜਿਹੜਾ ਵੈ ਇਹ ਉਹਨਾਂ ਕੋਲੋਂ ਹੁੰਦਾ ਹੈ ਜਿਹੜੇ ਜੁੜੇ ਹੋਏ ਹੁੰਦੇ ਹਨ। ਤੇ ਜਿਹੜੇ ਜੁੜਿਆਂ ਨਾਲ ਜਦੋਂ ਮਿਲਦਾ ਤਾਂ ਇਹ 7 ਦੀ ਅਸ਼ਪਦੀ ਵਿੱਚ ਇਹ ਗੱਲ ਕਲੈਰਿਟੀ ਦੇਣਗੇ ਇਸ ਪ੍ਰੋਸੈਸ ਦੀ, ਕਿ ਦੇਖ ਇਹ ਪ੍ਰਤਾਪ ਜਿਹੜਾ ਵੈ ਪ੍ਰਤਾਪੀਆਂ ਕੋਲ ਮਿਲਦਾ ਹੈ। ਤੇ ਪ੍ਰਤਾਪੀ ਕੌਣ ਹਨ? ਪ੍ਰਤਾਪੀ ਹਨ ਜਿਹੜੇ ਜੁੜੇ ਹੋਏ ਹਨ। ਪ੍ਰਤਾਪੀ ਉਹ ਹਨ ਜਿਹੜੇ ਪ੍ਰਮਾਤਮਾ ਨਾਲ ਬਹੁਤਾ ਪਿਆਰ ਕਰਦੇ ਹਨ। ਤੇ ਜੇ ਤੇਰੇ ਤੇ ਹੈ ਕਿਰਪਾ, ਤੇ ਤੇਰੇ ਤੇ ਪ੍ਰਤਾਪ ਹੈ, ਤੇਰੇ ਤੇ ਤੇਜ਼ ਹੈ, ਤੇਰੇ ਤੇ ਉਹ ਜਲਵਾ ਹੈ, ਤੇਰੇ ਤੇ ਉਹ ਨੂਰ ਹੈ, ਤੇ ਇਹ ਉਹਦੀ ਦੇਣ ਹੈ। ਤੇ ਜਿਹਦੀ ਦੇਣ ਹੈ ਉਹਨੂੰ ਕਦੀ ਨਾ ਭੁਲਾਏ ਬੰਦਾ। ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਹੈ ਮੇਰੇ ਮੂਰਖ ਮਨ, ਤੂੰ ਤਾਕੋ ਜਾਪ, ਤੂੰ ਉਹਦਾ ਧਿਆਨ ਕਰ ਤੂੰ। ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰੇ। ਤੇ ਜਿਹੜੇ ਹਰ ਕੰਮ ਤੇਰੇ ਕਰਨ ਵਾਲਾ ਹੈ, ਬਚਪਨ ਤੋਂ ਲੈ ਕੇ ਹੁਣ ਤੱਕ ਦੇ, ਛੋਟਾ ਸੀ ਮਾਂ ਮਿਲੀ, ਖਾਣ ਪੀਣ ਦਾ ਪੂਰਾ ਤੇਰਾ ਧਿਆਨ ਕੀਤਾ ਗਿਆ, ਛੋਟੇ ਹੁੰਦਿਆਂ ਕਿਸੇ ਚੀਜ਼ ਦੀ ਕਮੀ ਨਹੀਂ ਆਣ ਦਿੱਤੀ ਮਾਂ ਪਿਓ ਨੇ ਤੇਰੀ ਲਾਈਫ ਵਿੱਚ। ਵੱਡਾ ਹੋਇਆ, ਤੈਨੂੰ ਸਕੂਲ ਭੇਜਿਆ, ਉੱਥੇ ਤੈਨੂੰ ਟੀਚਰਸ ਦੀ ਮਦਦ ਮਿਲੀ। ਫਿਰ ਹੋਰ ਵੱਡਾ ਹੋਇਆ, ਸਿਆਣਾ ਹੋ ਗਿਆ, ਤੇਰਾ ਵਿਆਹ ਹੋ ਗਿਆ, ਤੇਰੀ ਜੌਬ ਲੱਗ ਗਈ, ਤੂੰ ਕਾਲਜ ਚਲਾ ਗਿਆ। ਇਹ ਸਾਰੀਆਂ ਚੀਜ਼ਾਂ ਦਾ ਇੰਤਜ਼ਾਮ ਜਿਹੜਾ ਕਰਨ ਵਾਲਾ ਜਿਹੜਾ ਹੈ ਤੂੰ, ਇਹ ਸਾਰੇ ਕੰਮ ਜਿਹੜੇ ਤੇਰੇ ਪੂਰੇ ਕਰਨ ਵਾਲਾ ਹੈ। ਪਰ ਸਭ ਤੋਂ ਵੱਡਾ ਕੰਮ ਕਿਹੜਾ ਹੈ? ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਸਭ ਤੋਂ ਵੱਡਾ ਕਾਰਜ ਇੱਥੇ ਆਉਣ ਦਾ ਸੀ, ਪ੍ਰੇਮਾ ਭਗਤੀ ਦਾ ਦਾਨ ਤੈਨੂੰ ਮਿਲ ਜਾਂਦਾ, ਕੀਰਤਨ ਦੀ ਦਾਤ ਤੇਰੀ ਝੋਲੀ 'ਚ ਪੈ ਜਾਂਦੀ, ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਸਮਝ ਤੈਨੂੰ ਆ ਜਾਂਦੀ, ਨਾਦ ਦੀ ਸਮਝ ਤੇ ਨਾਲ ਤੇਰੀ ਵਿਸਮਾਦ ਦੀ ਨਾਲ ਤੇਰਾ ਰਿਸ਼ਤਾ ਹੋ ਜਾਂਦਾ। ਇਹ ਦਾਨ ਤੈਨੂੰ ਜਿਹੜੇ ਮਿਲੇ ਹਨ ਜਿਹੜੇ ਤੇਰੇ, ਤਾਂ ਕਿ ਤਾਂ ਹੀ ਤੇਰੇ ਤੇ ਪ੍ਰਤਾਪ ਹੈ, ਤਾਂ ਹੀ ਤੂੰ ਪ੍ਰਗਟ ਸੰਸਾਰ ਹੋਇਆ ਹੈ। ਜਿਹੜੇ ਕਾਰਜ ਪੂਰੇ, ਸਭ ਤੋਂ ਵੱਡੇ ਕਾਰਜ ਦੇ ਪੂਰੇ ਹੋ ਗਏ ਹੋਣ, ਪ੍ਰਮਾਤਮਾ ਨਾਲ ਧਿਆਨ ਤੇਰਾ ਜੁੜ ਗਿਆ ਹੋਵੇ, ਤੇਰੇ ਆਉਣ ਦਾ ਮਕਸਦ ਇੱਥੇ ਪੂਰਾ ਹੋ ਗਿਆ ਹੋਵੇ, ਤੂੰ ਆਪਣੀ ਕ੍ਰੀਏਟਰ ਨਾਲ ਆਪਣੀ ਰਿਲੇਸ਼ਨਸ਼ਿਪ ਐਸਟੈਬਲਿਸ਼ ਕਰ ਲਿੱਤੀ ਹੋਵੇ, ਤਿਸੇ ਜਾਨ ਮਨ ਸਦਾ ਹਜੂਰੇ। ਉਦੋਂ ਤੂੰ ਹਮੇਸ਼ਾ ਹਜ਼ੂਰੀ ਵਿੱਚ ਜਾਣ, ਉਹਨੂੰ ਤੂੰ ਹਮੇਸ਼ਾ ਹਾਜ਼ਰ ਨਾਜ਼ਰ ਜਾਣ, ਉਹਨੂੰ ਤੂੰ ਹਮੇਸ਼ਾ ਆਪਣੇ ਅੰਗ ਸੰਗ ਸਮਝ। ਉਹ ਤੇਰੇ ਨਾਲ ਹੈ ਹਮੇਸ਼ਾ, ਤੇਰੇ ਅੰਦਰ ਵੀ ਤੇ ਬਾਹਰ ਵੀ, ਦੋਨੋਂ ਜਗ੍ਹਾ। ਉਹ ਨਿਰਗੁਣ ਰੂਪ ਸਰਗੁਣ ਰੂਪ ਵੀ ਤੇਰੇ ਨਾਲ ਹੈ। ਨਿਰਗੁਣ ਆਪ, ਸਰਗੁਣ ਵੀ ਉਹੀ ਹੈ, और दूसरा कोई नहीं ਹੋਰ, जिसने तेरे ते इतनी महान ਕੰਮ ਕਰਕੇ ਤੇਰੇ ਸਾਰੇ ਕੰਮ ਪੂਰੇ ਕੀਤੇ ਹਨ, ਤੇਰੇ ਆਉਣ ਦਾ ਇੱਥੇ ਵਸੀਲਾ ਤੇਰਾ ਬਣਾਇਆ ਹੈ, ਔਰ ਇੱਥੇ ਆ ਕੇ ਤੇਰੇ ਕੋਲ ਉਹ ਕਾਰਜ ਪੂਰੇ ਕਰਵਾ ਲਿੱਤੇ ਹਨ ਜਿਸ ਕਾਰਜ ਵਾਸਤੇ ਤੂੰ ਆਇਆ ਸੀ। ਤੇ ਅਗਲੀ ਲਾਈਨ ਦੇ ਵਿੱਚ ਇਸ ਕਾਰਜ ਦੇ ਮਤਲਬ ਹੋਰ ਕਲੀਅਰ ਹੋ ਜਾਂਦੇ ਹਨ। ਜੇ ਪ੍ਰਸਾਦ ਤੂੰ ਪਾਵੇ ਸਾਚ, ਜਿਹਦੀ ਕਿਰਪਾ ਦੇ ਨਾਲ ਤੈਨੂੰ ਉਹ ਸੱਚਾ ਮਿਲ ਗਿਆ ਹੈ, ਸੱਚ ਦੀ ਪ੍ਰਾਪਤੀ ਤੈਨੂੰ ਹੋਈ ਹੈ। ਤੇ ਸੱਚ ਦੀ ਪ੍ਰਾਪਤੀ ਕੀ ਹੈ? ਸੱਚ ਦੀ ਪ੍ਰਾਪਤੀ ਹੈ ਨਿਰਗੁਣ ਤੇ ਸਰਗੁਣ ਰੂਪ ਵਿੱਚ, ਦੋਨੋਂ ਰੂਪ ਵਿੱਚ ਪ੍ਰਮਾਤਮਾ ਦੇ ਤੇਰੇ ਝੋਲੀ 'ਚ ਪਏ ਹਨ। ਜਿਹੜੇ ਨਿਰਗੁਣ ਰੂਪ ਵਿੱਚ ਤੂੰ ਨਾਦ ਦੀ ਪ੍ਰਾਪਤੀ ਕਰਕੇ, ਗੁਰਬਾਣੀ ਦਾ ਪਾਠ ਕਰਕੇ, ਸਿਮਰਨ ਕਰਕੇ ਉਹਦੇ ਨਾਲ ਜੁੜ ਗਿਆ ਹੈ। ਤੇ ਸਰਗੁਣ ਰੂਪ ਵਿੱਚ ਤੂੰ ਵਿਸਮਾਦ ਦੀ ਅਵਸਥਾ ਤੇ ਹੋ ਕੇ ਉਸ ਪ੍ਰਮਾਤਮਾ ਦੀ ਸੇਵਾ ਕਰਦਾ ਹੈ,
ਉਸ ਕਾਇਨਾਤ ਦੀ ਸੇਵਾ ਕਰਦਾ ਹੈ, ਉਸ ਸ੍ਰਿਸ਼ਟੀ ਦੀ ਸੇਵਾ ਕਰਦਾ ਹੈ, ਤੈਨੂੰ ਇਹ ਗੁਣ ਤੈਨੂੰ ਮਿਲੇ ਹਨ ਕਿ ਤੂੰ ਬਲੈਕ ਵਾਈਟ ਕਿਸੇ ਵੀ ਜਾਨਵਰ ਹੋਵੇ, ਚਾਹੇ ਚਿੱਟਾ ਹੋਵੇ, ਕਾਲਾ ਹੋਵੇ, ਜੂਇਸ਼ ਹੋਵੇ, ਮੁਸਲਮਾਨ ਹੋਵੇ, ਹਿੰਦੂ ਹੋਵੇ, ਤੁਰਕ ਹੋਵੇ, ਕੋਈ ਵੀ ਹੋਵੇ, ਤੂੰ ਕਿਸੇ 'ਚ ਫਰਕ ਨਹੀਂ ਸਮਝਦਾ। ਤੇ ਇਹ ਅਵਸਥਾ ਦੇਣ ਵਾਲਾ, ਇਹ ਕਾਰਜ ਪੂਰੇ ਕਰਨ ਵਾਲਾ, ਇਹ ਸਾਚ ਦਿਵਾਉਣ ਵਾਲਾ ਵੀ ਹੋਰ ਕੋਈ ਨਹੀਂ ਹੈ ਉਸ ਤੋਂ ਸਿਵਾਏ। ਇਹ ਤੇਰੀ ਆਪਣੀ ਮਿਹਨਤ ਨਾਲ ਤੈਨੂੰ ਨਹੀਂ ਮਿਲੇ। ਜੇ ਪ੍ਰਸਾਦ ਤੂੰ ਪਾਵੇ ਸਾਚ, ਤੂੰ ਪ੍ਰਗਟ ਸੰਸਾਰ ਹੋਇਆ ਹੈ, ਤੈਨੂੰ ਤੇਜ ਮਿਲਿਆ ਹੈ, ਤੇਰਾ ਪ੍ਰਤਾਪ, ਤੇਰੇ ਕਾਰਜ ਪੂਰੇ ਹੋਏ ਹਨ, ਇਸ ਵਾਸਤੇ ਤੈਨੂੰ ਸੱਚ ਦੀ ਪ੍ਰਾਪਤੀ ਹੋਈ ਹੈ। ਬੜੀ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਇਹ ਸਟੈਂਜ਼ਾ ਹੈ। ਪਿਛਲੇ ਸਟੈਂਜ਼ਾ ਨਾਲੋਂ ਵੀ ਇਹ ਸਟੈਂਜ਼ਾ ਹੋਰ ਉੱਚ ਕੋਟੀ ਦੇ ਜਿਗਿਆਸੂ ਵਾਸਤੇ ਹੈ। ਜੇ ਪ੍ਰਸਾਦ ਤੂੰ ਪਾਵੇ ਸਾਚ, ਜਿਸ ਦੀ ਕਿਰਪਾ ਨਾਲ ਤੈਨੂੰ ਸੱਚ ਦੀ ਪ੍ਰਾਪਤੀ ਹੋਈ ਹੈ। ਸਭ ਤੋਂ ਉੱਚੀ ਪ੍ਰਾਪਤੀ ਹੈ ਸਿੱਖ ਦੇ ਜੀਵਨ ਵਿੱਚ। ਰੇ ਮਨ ਮੇਰੇ ਤੂੰ ਤਾਂ ਸਿਓ ਰਾਜ, ਤੂੰ ਕਿਉਂ ਨਹੀਂ ਉਸ ਨਾਲ ਰਚਦਾ, ਤੂੰ ਉਸ ਨਾਲ ਰਚ। ਤੇ ਜਿਹੜੇ ਇਸ ਅਵਸਥਾ ਤੇ ਪਹੁੰਚਦੇ ਹਨ, ਜਿਹੜੇ ਉਹ ਹਮੇਸ਼ਾ ਰਚੇ ਹੋਏ ਹੁੰਦੇ ਹਨ। ਪਰ ਇੱਥੇ ਉੱਥੇ ਪਹੁੰਚ ਕੇ ਵੀ ਈਗੋ ਨਹੀਂ ਹੈ। ਇਸ ਸਟੈਂਜ਼ਾ ਵਿੱਚ ਇਹੀ ਸਿਖਾਇਆ ਹੈ। ਉੱਥੇ ਪਹੁੰਚ ਕੇ ਵੀ ਨੀਵਾ ਹੈ, ਉੱਥੇ ਪਹੁੰਚ ਕੇ ਵੀ ਹੱਥ ਜੁੜੇ ਹੋਏ ਹਨ, ਉੱਥੇ ਪਹੁੰਚ ਕੇ ਵੀ ਅਰਦਾਸ ਕਰਦਾ ਹੈ, ਉੱਥੇ ਪਹੁੰਚ ਕੇ ਵੀ ਇਹੀ ਕਹਿੰਦਾ ਹੈ ਤੁਸੀਂ ਵਿਸਰੋ ਨਾ ਕਦੀ ਮੇਰੇ ਅੰਦਰੋਂ। ਉਹਨੂੰ ਸੱਚ ਦੀ ਪ੍ਰਾਪਤੀ ਹੋ ਚੁੱਕੀ ਹੈ, ਨਾਦ ਮਿਲ ਚੁੱਕਿਆ ਹੈ, ਵਿਸਮਾਦ ਦੇਖ ਸਕਦਾ ਹੈ, ਅੰਮ੍ਰਿਤ ਰਸਨਾ ਬੋਲਦੀ ਹੈ, ਪ੍ਰਗਟ ਸੰਸਾਰ ਹੋ ਜਾਂਦਾ ਹੈ, ਚਿਹਰਾ ਪ੍ਰਤਾਪੀ ਹੈ, ਕਾਰਜ ਉਹਦੇ ਪੂਰੇ ਹੋਏ ਹਨ। ਤੇ ਸੱਚ ਮਿਲ ਕੇ ਵੀ ਇਹ ਯਾਚਨਾ ਕਰਦਾ ਹੈ, ਮੇਰੇ ਦਾਤਾ ਤੁਸੀਂ ਕਦੀ ਭੁੱਲੋ ਨਾ ਮੈਨੂੰ। ਇਹ ਗੁਰੂ ਘਰ ਦੀਆਂ ਉੱਚੀਆਂ ਗੱਲਾਂ ਹਨ, ਇਹ ਗੁਰੂ ਘਰ ਦੀਆਂ ਉੱਚੇ ਸੰਦੇਸ਼ ਹਨ। ਇਹ ਇਸ ਗੁਰੂ ਨਾਨਕ ਦੇ ਘਰ ਦੀ ਸਿਫਤ ਹੈ। ਜੇ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੇ ਸਭ ਕੋਏ। ਪਹਿਲੇ ਆਪਣੀ ਗੱਲ ਹੁਣ ਤੱਕ ਕੀਤੀ ਸੀ, ਹੁਣ ਸਭ ਦੀ ਗੱਲ ਕਰਦੇ ਹਨ। ਹੇ ਮੇਰੇ ਦਾਤਾ, ਇਹ ਸੱਚ ਦੀ ਪ੍ਰਾਪਤੀ ਜਿਹਨੂੰ ਹੋਈ ਹੈ, ਇਹ ਗਤ ਜਿਹਨੂੰ ਮਿਲੀ ਹੈ, ਇਹ ਸਾਰਿਆਂ ਵਿੱਚ ਤੁਸੀਂ ਮਿਲਾਇਆ ਹੈ, ਤੁਸੀਂ ਇਹਨੂੰ ਰਲਾਇਆ। ਇਹਨਾਂ ਦੀ ਆਪਣੀ ਮਿਹਨਤ ਨਹੀਂ ਹੈ ਮੇਰੇ ਗੁਰੂ। ਨਾਨਕ ਜਾਪ ਜਪੇ ਜਪ ਸੋਏ, ਉਹਦਾ ਹੇ ਨਾਨਕ ਹੈ, ਉਹਦਾ ਜਾਪ ਕਰਿਆ ਕਰੋ, ਜਿਹਦੀ ਜਾਪ ਦੀ ਵਜ੍ਹਾ ਸਾਰਿਆਂ ਦੀ ਗਤ ਇਸ ਯੋਜਨਾ ਦੀ ਹੋਈ ਹੈ। ਸਾਰਿਆਂ ਨੂੰ ਸੱਚ ਦੀ ਪ੍ਰਾਪਤੀ ਹੋਈ ਹੈ, ਸਾਰਿਆਂ ਨੂੰ ਉਹ ਸਤਸੰਗਤ ਮਿਲੀ ਹੈ, ਸਾਰਿਆਂ ਨੂੰ ਉਸ ਉੱਚ ਕੋਟੀ ਦੇ ਜਿਗਿਆਸੂ ਦੇ ਦਰਸ਼ਨ ਹੋਏ ਹਨ ਜਾਂ ਜਿਗਿਆਸੂ ਹਨ ਜਿਹੜੇ। ਤੇ ਇਹ ਇੰਪੋਰਟੈਂਟ 6ਵੇਂ ਤੇ 7ਵੇਂ ਸਟੈਂਜ਼ਾ ਤੋਂ ਬਾਅਦ ਹੁਣ ਆਪ ਇੱਕ ਵਿਸਮਾਦ ਰੂਪ ਵਿੱਚ ਜਾ ਕੇ ਟੋਟਲ ਸਰੈਂਡਰ ਦੀ ਸਟੈਂਜ਼ਾ ਹੈ ਨੰਬਰ 8, ਜਿਹਦੇ ਵਿੱਚ ਆਪ ਦੱਸਦੇ ਹਨ ਕਿ ਹੇ ਮੇਰੇ ਦਾਤਾ, ਇਹ ਸੱਚ ਦੀ ਪ੍ਰਾਪਤੀ, ਇਹ ਵਿਸਮਾਦ ਦੀ ਪ੍ਰਾਪਤੀ, ਇਹ ਨਾਦ ਦੀ ਪ੍ਰਾਪਤੀ, ਇਹ ਪ੍ਰਗਟ ਸੰਸਾਰ ਦੀ ਪ੍ਰਾਪਤੀ, ਇਹ ਪ੍ਰਤਾਪ ਦੀ ਪ੍ਰਾਪਤੀ, ਅੰਮ੍ਰਿਤ ਬੋਲੇ ਰਸਨਾ ਦੀ ਪ੍ਰਾਪਤੀ, ਹੇ ਮੇਰੇ ਦਾਤਾ, ਇਹ ਸਭ ਤੂੰ ਕਰਾਉਣ ਵਾਲਾ ਹੈ, ਤੇਰੀ ਮਰਜ਼ੀ ਨਾਲ ਹੋਈਆਂ ਹਨ। ਤੂੰ ਮੇਰੇ ਤੇ ਖੁਸ਼ ਹੋ ਗਿਆ, ਇਸ ਵਾਸਤੇ ਤੂੰ ਕੀਤਾ ਹੈ। ਕਿਉਂਕਿ ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਉ। ਇਹ ਦਾਤ ਜਿਹੜੀ ਹੈ, ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਆਸਾ ਦੀਵਾਰ ਦੇ ਵਿੱਚ ਆਉਂਦੇ ਨੇ ਵਰਲਡ, ਇਹ ਆਪਣੇ ਲੈਣ ਵਾਲੀਆਂ ਦਾਤਾਂ ਨਹੀਂ ਹੈ। ਆਪ ਜਪਾਏ ਜਪੇ ਸੋ ਨਾਉ, ਜਿਸ ਕੋਲ ਉਹ ਜਪਵਾਏ ਜਿਹਦੇ ਉੱਤੇ ਉਹ ਖੁਸ਼ ਹੋ ਜਾਵੇ। ਤੇ ਖੁਸ਼ ਕਿਹਦੇ ਤੇ ਹੁੰਦਾ ਹੈ? ਖੁਸ਼ ਉਹਦੇ ਉੱਤੇ ਹੁੰਦਾ ਹੈ ਜੋ ਹੁਕਮ ਰਜਾਈ ਚੱਲੇ। ਤੇ ਹੁਕਮ ਰਜਾਈ ਕੌਣ ਹੁੰਦਾ ਹੈ? ਜਿਹਦੀ ਹੁਕਮ ਵਿੱਚ ਚੱਲੇ। ਤੇ ਹੁਕਮ ਵਿੱਚ ਕੌਣ ਚੱਲਦਾ ਹੈ? ਜੋ ਉਸ ਨੂੰ ਪਸੰਦ ਹੈ ਉਹ ਚੀਜ਼ਾਂ ਕਰਦਾ ਹੈ ਲਾਈਫ ਵਿੱਚ, ਜੋ ਉਹਦੇ ਹੁਕਮ ਵਿੱਚ ਰਹਿੰਦਾ ਹੈ, ਭਾਵ ਜੋ ਉਹਦਾ ਹੁਕਮ ਸੁਣਦਾ ਹੈ, ਜੋ ਉਹਦੇ ਆਰਡਰ ਦੇ ਹਿਸਾਬ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ। ਜੋ ਉਹਦਾ ਹੁਕਮ ਹੋਵੇ, ਜੇ ਉਹਦਾ ਹੁਕਮ ਹੋਵੇ ਨਿਰਮਾਣਤਾ ਅੱਛੀ ਹੈ, ਹਿਊਮਿਲਿਟੀ ਅੱਛੀ ਹੈ, ਫॉरगिवनेस ਅੱਛੀ ਹੈ, ਕੀਰਤਨ ਇੱਕ ਸੋਹਣਾ ਗੁਣ ਹੈ, ਤੇ ਉਹ ਉਸ ਹੁਕਮ ਨੂੰ ਮਲ ਕੇ ਚੱਲੇ, ਉਹ ਉਹਦਾ ਹੁਕਮ ਮੰਨੇ, ਉਹਦੀ ਹੁਕਮ ਦੀ ਰਜ਼ਾ ਵਿੱਚ ਆਪਣੀ ਰਜ਼ਾ ਮਿਲਾਏ। ਤੇ ਜਿਹੜਾ ਕਰਦਾ ਹੈ ਫਿਰ ਆਪ ਜਪਾਏ ਜਪੇ ਸੋ ਨਾਮ ਵਾਲੀ ਅਵਸਥਾ ਪ੍ਰਾਪਤ ਕਰਦਾ ਹੈ। ਆਪ ਗਵਾਏ ਸੋ ਹਰ ਗੁਣ ਗਾਓ। ਜਿਹਦੇ ਕੋਲ ਆਪ ਗਵਾਏ ਕੀਰਤਨ, ਜਿਹਦੇ ਕੋਲ ਆਪ ਉਹਦੇ ਹਰ ਗੁਣ ਗਵਾਏ, ਉਹ ਹੀ ਗਾ ਸਕਦਾ ਹੈ, ਹੋਰ ਕੋਈ ਨਹੀਂ ਗਾ ਸਕਦਾ। ਕਿਸੇ ਦੇ ਮਾਈ ਦੇ ਲਾਲਚ ਹਿੰਮਤ ਨਹੀਂ ਹੈ ਕਿ ਆਪ ਕੁਝ ਕਰ ਸਕੇ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਇਆ ਤੇ ਕਮਲ ਪ੍ਰਗਾਸ। ਪ੍ਰਗਾਸ ਕਹਿੰਦੇ ਨੇ ਫੁੱਟ ਜਾਣਾ, ਨਾਮ ਅੰਦਰੋਂ ਫੁੱਟ ਜਾਣਾ, ਨਾਮ ਅੰਦਰੋਂ ਪ੍ਰਗਾਸ ਹੋ ਜਾਣਾ, ਪ੍ਰੇਮਾ ਭਗਤੀ ਦਾ ਗੁਣ ਅੰਦਰੋਂ ਪੈ ਜਾਣਾ, ਪ੍ਰਮਾਤਮਾ ਦਾ ਪਿਆਰ ਅੰਦਰੋਂ ਉਜਾਗਰ ਹੋ ਜਾਣਾ, ਨੈਚੁਰਲ ਸਟੇਟ ਵਿੱਚ ਉਜਾਗਰ ਹੋ ਜਾਣਾ। ਜਦੋਂ ਬੱਚਾ ਪੈਦਾ ਹੁੰਦਾ ਹੈ ਤੇ ਮਾਂ ਨੂੰ ਕਹਿਣਾ ਨਹੀਂ ਪੈਂਦਾ ਕਿ ਤੇਰਾ ਬੱਚਾ ਇਹਦੇ ਨਾਲ ਪਿਆਰ ਕਰ, ਉਸ ਨੂੰ ਬਾਰ-ਬਾਰ ਚੇਤੇ ਨਹੀਂ ਕਰਵਾਉਣਾ ਪੈਂਦਾ ਕਿ ਤੇਰਾ ਬੱਚਾ ਇਹਨੂੰ ਛਾਤੀ ਨਾਲ ਲਗਾ ਕੇ ਰੱਖ। ਉਹ ਆਪ ਛਾਤੀ ਨਾਲ ਲਗਾ ਕੇ ਰੱਖਦੀ ਹੈ,
ਕਿਉਂ? ਕਿਉਂਕਿ ਉਹਦੇ ਵਿੱਚੋਂ ਹੈ, ਉਹਦੀ ਆਪਣਾ ਅੰਗ ਸੰਗ ਹੈ। ਇਸੇ ਵਾਸਤੇ ਜਿਹੜੇ ਪ੍ਰਮਾਤਮਾ ਦੇ ਭਗਤ ਹਨ ਉਹ ਵੀ ਉਹਦੇ ਅੰਗ ਸੰਗ ਰਹਿੰਦੇ ਹਨ। ਉਦੋਂ ਵੀ ਉਹਨੂੰ ਆਪਣਾ ਹਿੱਸਾ ਸਮਝਦੇ ਹਨ, ਫਲੈਸ਼ ਸਮਝਦੇ ਹਨ, ਉਸ ਨੂੰ ਆਪਣਾ ਉਦੋਂ ਉਹਦੇ ਨਾਲ ਅਲੱਗ ਨਹੀਂ ਸਮਝਦੇ ਆਪਣੇ ਆਪ ਨੂੰ। ਇਸ ਵਾਸਤੇ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਜਿਹਦੀ ਉਸ ਦਾਤੇ ਦੀ ਵਜ੍ਹਾ ਦੇ ਨਾਲ ਤੇਰੇ ਅੰਦਰੋਂ ਨਾਮ ਦਾ ਕਿਣਕਾ ਫੁੱਟਿਆ ਹੈ। ਪ੍ਰਭੂ ਦਇਆ ਤੇ ਕਮਲ ਪ੍ਰਗਾਸ, ਉਹਦੀ ਦਇਆ ਹੈ, ਉਹਦੀ ਕਿਰਪਾ ਹੈ, ਉਹਦੀ ਬਲੇਸਿੰਗਸ ਹਨ। ਤੇ ਉਸ ਦੀ ਦਇਆ ਦੇ ਨਾਲ, ਉਹਦੀ ਕੰਪੈਸ਼ਨ ਦੇ ਨਾਲ ਤੇਰਾ ਕਮਲ ਅੰਦਰੋਂ ਫੁੱਟ ਪ੍ਰਗਾਸ ਹੋ ਗਿਆ। ਕਮਲ ਫੁੱਲ ਜਿਸਾ ਖੁੱਲਦਾ ਹੈ, ਉਸਾ ਤੇਰਾ ਹਿਰਦਾ ਖੁੱਲ ਕੇ ਤੇ ਪ੍ਰੇਮਾ ਭਗਤੀ ਨਾਲ ਭਰਿਆ ਗਿਆ ਹੈ, ਪ੍ਰਮਾਤਮਾ ਦੇ ਨਾਮ ਨਾਲ ਭਰਿਆ ਗਿਆ ਹੈ, ਪ੍ਰਮਾਤਮਾ ਦੀ ਸਿਫਤ ਸਲਾਹ ਵਿੱਚ ਜਿਹਦਾ ਰਹਿੰਦਾ ਹੈ। ਇਹ ਜਿਹਦੇ ਉੱਤੇ ਬਹੁਤ ਮੇਰਾ ਮਾਲਕ ਖੁਸ਼ ਹੋਵੇ ਅਵਸਥਾ ਪ੍ਰਾਪਤ ਹੁੰਦੀਆਂ ਹਨ। ਪ੍ਰਭ ਸੁਪ੍ਰਸੰਨ ਬਸੇ ਮਨ ਸੋਏ। ਜਦੋਂ ਸੁਪ੍ਰਸੰਨ ਬਹੁਤ ਜ਼ਿਆਦਾ ਖੁਸ਼ ਹੋ ਜਾਏ ਤੇ ਪ੍ਰਭੂ ਜਦੋਂ ਬਹੁਤ ਜ਼ਿਆਦਾ ਸੁਪ੍ਰਸੰਨ ਹੋ ਜਾਏ, ਬਸੇ ਮਨ ਸੋਏ, ਉਹਦੇ ਮਨ ਵਿੱਚ ਪ੍ਰਮਾਤਮਾ ਫਿਰ ਵਿਕਾਸ ਕਰਦਾ ਹੈ। ਉਹਦੇ ਮਨ ਵਿੱਚ ਪ੍ਰਮਾਤਮਾ ਹਮੇਸ਼ਾ ਰਹਿੰਦਾ ਹੈ। ਉਸੇ ਤਰ੍ਹਾਂ ਹਰ ਇੱਕ ਦੀ ਮਾਂ ਦੇ ਵਿੱਚ ਸਭ ਬੱਚੇ ਦਾ ਪਿਆਰ ਹੁੰਦਾ ਹੈ, ਨੈਚੁਰਲ ਸਟੇਟ ਵਿੱਚ। ਕਹਿਣਾ ਨਹੀਂ ਪੈਂਦਾ, ਕੁਝ ਰਿਮਾਈਂਡਰ ਨਹੀਂ ਕਰਾਉਣੇ ਪੈਂਦੇ ਕਿ 5 ਵਜ ਗਏ ਹਨ, ਆਪਣੇ ਬੱਚੇ ਨਾਲ ਪਿਆਰ ਕਰ ਲਓ, 8 ਵਜ ਗਏ ਹਨ ਜਾਂ ਸਵੇਰੇ 7 ਵਜ ਗਏ ਹਨ। ਉਹ 24 ਆਵਰਸ ਅ ਡੇ ਬੱਚਿਆਂ ਦਾ ਪਿਆਰ ਮਾਂ ਪਿਓ ਦੇ ਹਿਰਦੇ ਵਿੱਚ ਰਹਿੰਦਾ ਹੈ। ਜੇ ਪ੍ਰਭ ਸੁਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਇਹ ਮਤ ਕੀ ਹੈ? ਮਤ ਹੈ ਸੋਚਣੀ, ਮਤ ਹੈ ਥਿੰਕਿੰਗ, ਲੌਂਗ ਟਰਮ ਥਿੰਕਿੰਗ, ਸ਼ਾਰਟ ਟਰਮ ਥਿੰਕਿੰਗ ਨਹੀਂ ਹੈ। ਤੇ ਲੌਂਗ ਟਰਮ ਮਤ ਹੁੰਦੀ ਹੈ ਜਿਹੜੀ ਅੰਦਰ ਜਿਹੜੀਆਂ ਚੀਜ਼ਾਂ, ਜਿਹੜੇ ਸੰਸਕਾਰ ਅੰਦਰ ਵਸੇ ਹੁੰਦੇ ਹਨ ਲੌਂਗ ਟਰਮ, ਉਹ ਤੁਹਾਡੀ ਮਤ ਹੈ। ਤੇ ਜੇ ਤੁਹਾਡੀ ਬੁਰੀ ਮਤ ਹੈ ਤੇ ਮਤਲਬ ਸੋਚਣਾ ਬੁਰਾ ਹੈ, ਤੇ ਮਤਲਬ ਜਿਹੜੇ ਸੰਸਕਾਰ ਜਿਹੜੇ ਮਿਲੇ ਇਹਨੂੰ ਠੀਕ ਨਹੀਂ ਮਿਲੇ। ਤੇ ਮਤ ਉੱਚੀ ਹੈ, ਮਤ ਜਿੰਨੀ ਮਰਜ਼ੀ ਉੱਚੀ ਹੈ, ਅਗਰ ਮਤ ਮਤਲਬ ਕਿ ਹਾਇਰ ਸਟੇਟ ਆਫ ਕੌਨਸ਼ੀਅਸਨੈਸ ਹੈ, ਤੇ ਉਹ ਹਾਇਰ ਸਟੇਟ ਆਫ ਕੌਨਸ਼ੀਅਸਨੈਸ ਜਿਹੜੀ ਹੈ ਉਹ ਮਿਊਜ਼ਿਕ ਨਾਲ ਜੁੜਦੀ ਹੈ, ਉਹ ਵਿਸਮਾਦ ਨਾਲ ਜੁੜਦੀ ਹੈ, ਉਹ ਪਰਮਾਤਮਾ ਦੇ ਪਿਆਰ ਵਿੱਚ ਜੁੜਦੀ ਹੈ। ਹਾਇਰ ਸਟੇਟ ਆਫ ਕੌਨਸ਼ੀਅਸਨੈਸ ਜਿਹੜੀ ਹੁੰਦੀ ਹੈ, ਤਾਂ ਵੀ ਉਹ ਨਿਮਾਣਾ ਹੈ। ਇਸ ਵਾਸਤੇ ਅਰਦਾਸ ਵਿੱਚ ਵੜਾਏ ਹਨ, ਮਨ ਨੀਵਾ ਮਤ ਉੱਚੀ। ਮਤ ਉੱਚੀ ਤੋਂ ਉੱਚੀ ਹੋਵੇ, ਮਨ ਫਿਰ ਵੀ ਨੀਵਾ ਹੋਵੇ, ਮਨ ਫਿਰ ਵੀ ਨਿਮਾਣਤਾ ਦੀ ਤਰਫ ਚੱਲੇ। ਪ੍ਰਭੂ ਦਇਆ ਤੇ ਕਮਲ ਪ੍ਰਗਾਸ, ਪ੍ਰਭ ਸੋ ਪ੍ਰਸੰਨ ਬਸੇ ਮਨ ਸੋਏ, ਪ੍ਰਭ ਦਇਆ ਤੇ ਮਤ ਉੱਤਮ ਹੋਏ। ਮਤ ਉੱਤਮ ਹੁੰਦੀ ਹੈ ਤਾਂ ਜੋ ਪ੍ਰਭੂ ਦਿਆਲੂ ਹੋਵੇ। ਤੇ ਹੇ ਮੇਰੇ ਦਾਤਾ ਸਰਬ ਨਿਧਾਨ ਪ੍ਰਭ ਤੇਰੀ ਮਇਆ, ਤੇਰੀ ਕਿਰਪਾ ਵਿੱਚ ਸਾਰੇ ਖਜ਼ਾਨੇ ਹਨ। ਨਿਧਾਨ ਖਜ਼ਾਨਾ ਹੈ, ਇਹ ਤੇਰੀ ਕਿਰਪਾ ਚੋਂ ਸਾਰੇ ਖਜ਼ਾਨੇ ਹਨ। ਸਾਰੇ ਖਜ਼ਾਨੇ ਤੇਰੀ ਕਿਰਪਾ ਤੋਂ ਆਉਂਦੇ ਹਨ। ਸਾਰੇ ਖਜ਼ਾਨੇ ਹੀ ਤੇਰੀ ਕਿਰਪਾ ਹੈ। ਦੋਲੀ ਦੀਪਕ ਵੀ ਲੈ ਸਕਦੇ ਹੋ ਉੱਥੇ। ਸਾਰੇ ਖਜ਼ਾਨਿਆਂ ਵਿੱਚ ਤੂੰ ਹੈ ਤੇ ਤੇਰੇ ਵਿੱਚ ਹੀ ਸਾਰੇ ਖਜ਼ਾਨੇ ਹਨ। ਹੈ ਮੇਰੇ ਦਾਤਾ ਆਪੋ ਕਛੂ ਨਾ ਕਿਨੂੰ ਲਿਆ। ਮੇਰੇ 'ਚ ਕੀ ਹਿੰਮਤ ਹੈ? ਆਪ ਕੋਈ ਥੋੜਾ ਲੈ ਸਕਦੇ ਚੀਜ਼ਾਂ। ਆਪ ਕੋਈ ਥੋੜਾ ਕੀਰਤਨ ਸਿੱਖ ਸਕਦਾ ਹੈ। ਆਪ ਥੋੜਾ ਕੋਈ ਕੀਰਤਨ ਕਿਸੇ ਨੂੰ ਸਿਖਾ ਸਕਦਾ ਹੈ। ਆਪ ਥੋੜਾ ਵਿਸਮਾਦ ਕੋਈ ਆਪਣੀ ਅਵਸਥਾ ਪ੍ਰਾਪਤ ਕਰ ਸਕਦਾ ਹੈ। ਇਹ ਜਿਸ ਨੂੰ ਜਿਹੋ ਜਿਹਾ ਕੋਈ ਮਨ ਦੇਵੇ, ਜਿਹੋ ਜਿਹਾ ਕੋਈ ਉਹਦੀ ਅਵਸਥਾ ਹੋਵੇ, ਉਹ ਫੁੱਲਾਂ ਦੀ ਖੁਸ਼ਬੂਆਂ ਵਿੱਚੋਂ ਉਸ ਪ੍ਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ। ਉਹ ਕਿਸੇ ਜਾਨਵਰ ਦੇ ਵਿੱਚੋਂ ਪ੍ਰਮਾਤਮਾ ਦੇ ਦਰਸ਼ਨ ਕਰ ਸਕਦਾ ਹੈ। ਉਹ ਕਿਸੇ ਨਦੀ ਵਿੱਚੋਂ, ਕਿਸੇ ਪਹਾੜਾਂ ਵਿੱਚੋਂ, ਪ੍ਰਵਾਲੀ ਜੋਟੀਆਂ ਵਿੱਚੋਂ ਪ੍ਰਮਾਤਮਾ ਨੂੰ ਯਾਦ ਕਰ ਸਕਦਾ ਹੈ। ਸਰਮ ਨਿਧਾਨ ਪ੍ਰਭ ਤੇਰੀ ਮਇਆ, ਆਪੋ ਕਿਛੂ ਨਾ ਕਿਨੂੰ ਲਿਆ। ਇਹ ਆਪ ਦੇਣ ਵਾਲੀ ਚੀਜ਼ਾਂ ਨਹੀਂ ਹੈ। ਇਹ ਮੇਰੇ ਦਾਤਾ ਇਹਨਾਂ ਦੇ ਵੱਸ ਕੁਝ ਵੀ ਨਹੀਂ ਹੈ ਜੇ ਤੁਸੀਂ ਇਹਨਾਂ ਦੀ ਮਦਦ ਨਾ ਕਰੋ। ਜਿਤ ਲਾਵੋ ਤਿਤ ਲਗੇ ਹਰਨਾਥ। ਜਿੱਥੇ ਮਹਾਰਾਜ ਤੁਸੀਂ ਲਗਾਓਗੇ ਉੱਥੇ ਲੱਗਦੇ ਹਨ। ਇਹਨਾਂ ਦੇ ਵੱਸ ਕੁਝ ਵੀ ਨਹੀਂ ਹੈ। ਤੁਸੀਂ ਜਿੱਥੇ ਲਗਾਓਗੇ, ਜਿੱਥੇ ਇਹਨਾਂ ਨੂੰ ਪ੍ਰੇਰੋਗੇ ਤੇ ਲਗਾਉਂਦਾ ਉਹ ਉਸੇ ਤਰ੍ਹਾਂ ਹੈ ਤੁਹਾਨੂੰ ਦੇਖ ਕੇ। ਜੇ ਤੁਹਾਡਾ ਮਨ ਉਸ ਤਰਫ ਜੁੜਦਾ ਹੈ, ਜੇ ਤੁਸੀਂ ਹੁਕਮ ਰਜਾਈ ਚੱਲਣ ਵਾਲੇ ਹੋ, ਜੇ ਤੁਸੀਂ ਉਹਦਾ ਹੁਕਮ ਚੱਲ ਕੇ, ਤੇ ਸਾਡੇ ਵਿੱਚ ਹੁਕਮ ਗੁਰਬਾਣੀ ਵਿੱਚ ਬਿਆਨ ਕੀਤੇ ਗਏ ਹਨ। ਜੇ ਤੁਹਾਡਾ ਜੀਵਨ ਗੁਰਬਾਣੀ ਦੇ ਅਨੁਸਾਰ ਜੀਂਦੇ ਹੋ ਤੇ ਫਿਰ ਤੁਹਾਨੂੰ ਇਸ ਪਾਸੇ ਲਗਾਏਗਾ, ਉਹ ਜ਼ਰੂਰ ਲਗਾਏਗਾ। ਇਹ ਉਹਦੀ ਕਿਰਪਾ ਹੈ, ਉਹਦਾ ਬਿਰਧ ਹੈ। ਕਿਰਪਾ ਉਹਦੀ ਬਿਰਧ ਹੈ। ਇਹ ਉਹਦਾ ਸੁਭਾਵ ਹੈ। ਕੰਪੈਸ਼ਨ ਉਹਦਾ ਸੁਭਾਵ ਹੈ। ਇਹ ਕੋਈ ਕਹਿਣ ਦੀ ਗੱਲ ਨਹੀਂ ਹੈ। ਕੋਈ ਕਹਿਣਾ ਨਹੀਂ ਪੈਂਦਾ ਉਸਨੂੰ। ਉਹ ਆਪ ਕਿਰਪਾ ਕਰਦਾ ਹੈ। ਜਿਤ ਲਾਵੋ ਤਿਤ ਲਗੇ ਹਰਨਾਥ, ਨਾਨਕ ਇਨਕੇ ਕਛੂ ਨਾ ਹਾਥ। ਹੈ ਮੇਰੇ ਦਾਤਾ ਇਹਨਾਂ ਦੇ ਹੱਥ ਕੁਝ ਵੀ ਨਹੀਂ ਹੈ। ਹੱਥ ਤੇਰੇ ਹਨ, ਸਾਰਾ ਕੁਝ ਤੂੰ ਕਰਾਉਣ ਵਾਲਾ ਹੈ। ਜਿਹਦੇ ਉੱਤੇ ਉਹ ਮਾਲਕ ਮੇਰਾ ਖੁਸ਼ ਹੁੰਦਾ ਹੈ, ਜਿਹਦੇ ਉੱਤੇ ਪ੍ਰਭੂ ਮੇਰਾ ਖੁਸ਼ ਹੁੰਦਾ ਹੈ, ਉਹ ਇਸ ਤਰਫ ਉਹਨਾਂ ਨੂੰ ਤੋੜਦਾ ਹੈ। ਇਹ ਮੇਰਾ ਇੱਕ ਨਿਮਾਣਾ ਜਿਹਾ ਐਫਰਟ ਹੈ। ਤੇ ਇਹਨਾਂ ਸੁਖਮਨੀ ਦੀਆਂ ਪਾਵਨ ਤੁਕਾਂ ਦੇ ਅਰਥ ਜਾਂ ਵਿਚਾਰ ਤਾਂ ਹੀ ਹੈ ਜੇ ਇਹਨਾਂ ਰਸਤੇ ਤੇ ਚੱਲਿਆ ਜਾਵੇ, ਜੇ ਇਹਨਾਂ ਰਸਤਿਆਂ ਨੂੰ ਕਬੂਲ ਕਰਕੇ ਬੰਦਾ ਆਪਣੇ ਮਨ 'ਚ ਵਸਾਏ, ਤੇ ਇਹਨਾਂ ਰਸਤਿਆਂ ਨੂੰ ਕਬੂਲ ਕਰਕੇ ਗੁਰੂ ਅਰਜਨ ਮਹਾਰਾਜ ਤੇ ਅਰਦਾਸ ਕਰਕੇ ਤੇ ਇਸ ਰਸਤੇ ਤੇ ਚੱਲੇ, ਤਾਂ ਇਹ ਜਿਹੜੇ ਐਫਰਟ IGS ਦੇ ਹਨ ਇਹ ਸਾਰੇ ਸਫਲ ਹੋਣਗੇ ਐਫਰਟ।
ਤੇ ਜੇ ਸਿਰਫ ਸੁਣ ਕੇ ਇੱਕ ਕੰਨ 'ਚ ਦੂਸਰੇ ਕੰਨ 'ਚ ਕੱਢ ਦਿੱਤੀ ਤੇ ਫਿਰ ਉਹਦਾ ਕੋਈ ਅਰਥ ਨਹੀਂ ਨਿਕਲਦਾ। ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੋ, ਆਪਣੇ ਆਪ ਨੂੰ ਜੀਵਨ ਜਿਹੜਾ ਹੈ ਆਪਣਾ ਗੁਰਬਾਣੀ ਦੇ ਅਨੁਸਾਰ ਰਹਿਣ ਦੀ ਕੋਸ਼ਿਸ਼ ਕਰੋ ਤੇ ਅਰਦਾਸ ਕਰੋ ਰੋਜ਼ ਗੁਰੂ ਅੱਗੇ ਕਿ ਹੇ ਦਾਤਾ ਮੇਰੇ ਤੇ ਕਿਰਪਾ ਕਰੋ, ਮੈਨੂੰ ਇਹਨਾਂ ਦਾਤਾਂ ਵਿੱਚੋਂ ਆਪਣੇ ਦਰਸ਼ਨ ਕਰਾਓ। ਤੇ ਦੂਸਰੀ ਇੰਪੋਰਟੈਂਟ ਦਾਤ ਜਿਹੜੀ ਅਗਲੀ ਅਸ਼ਪਦੀ ਵਿੱਚ ਸ਼ੁਰੂ ਹੋਏਗੀ ਉਹ ਬਹੁਤ ਇੰਪੋਰਟੈਂਟ ਹੈ, ਉਹ ਹੈ ਕਿ ਇਹ ਰਸਤਾ ਆਪ ਨਹੀਂ ਮਿਲ ਸਕਦਾ, ਇਹ ਰਸਤਾ ਆਪ ਪ੍ਰਗਟ ਨਹੀਂ ਹੋ ਸਕਦਾ। ਇਹਦੇ ਵਿੱਚ ਉਹ ਹੈਂਡ ਹੋਲਡਿੰਗ ਚਾਹੀਦੀ ਹੈ। ਜਿਸ ਤਰ੍ਹਾਂ ਟੀਚਰ ਦੀ ਹੈਂਡ ਹੋਲਡਿੰਗ ਸਟੂਡੈਂਟ ਤੇ ਰਹਿੰਦੀ ਹੈ, ਉਸੇ ਤਰ੍ਹਾਂ ਹੈਂਡ ਹੋਲਡਿੰਗ ਇੱਥੇ ਚਾਹੀਦੀ ਹੈ ਜੀ। ਉਹ ਹੈਂਡ ਹੋਲਡਿੰਗ ਸਤਸੰਗਤ ਦੀ ਹੈ ਜਿਹੜੀ ਅਗਲੀ ਅਸ਼ਪਦੀ ਵਿੱਚੋਂ ਉਹਦੇ ਤੁਹਾਡੇ ਅਰਥ ਮਿਲਣਗੇ ਜੀ। ਭੁੱਲ ਚੁੱਕ ਦੀ ਖੇਮਾ, ਕੋਈ ਗਲਤੀ ਹੋ ਗਈ ਹੋਵੇ ਮੇਰੇ ਕੋਲ ਤੇ ਅਣਜਾਣ ਬੱਚਾ ਸਮਝ ਕੇ ਮਾਫ ਕਰ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ